ਸ੍ਰੀ ਵਾਹਿਗੁਰੂ ਜੀ। ਸੌਣ ਸਗੁਨ ਵਿਚਾਰਣੇ, ਨੌ ਗ੍ਰਹਿ ਬਾਰਹਿ ਰਾਸ ਵਿਚਾਰਾ। ਕਾਮਨ ਟੂਣੇ ਔਂਸੀਆਂ, ਕਣ ਸੋਈ ਪਾਸਾਰ ਪਸਾਰਾ। ਗਦਹੋ ਕੁੱਤੇ ਬਿੱਲੀਆਂ, ਇੱਲ ਮਲਾਲੀ ਗਿੱਦੜ ਛਾਰਾ। ਨਾਰ ਪੁਰਖ ਪਾਣੀ ਅਗਨ, ਛਿਕ ਪਦ ਹਿੜਕੀ ਵਰਤਾਰਾ। ਥਿਤ ਵਾਰ ਭਦਰਾ ਭਰਮ, ਦਿਸਾ ਸੂਲ ਸਹਿਸਾ ਸਹਿਸਾਰਾ। ਵਲ ਛਲ ਕਰ ਵਿਸਵਾਸ ਲਖ, ਬਹੁ ਚੁਖੀ ਕਿਉ ਰਵੈ ਪਤਾਰਾ। ਗੁਰਮੁਖ ਸੁਖ ਫਲ ਪਾਰ ਉਤਾਰਾ। ਗੁਰਮੁਖ ਸੁਖ ਫਲ ਪਾਰ ਉਤਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜੀਏ। ਪੰਜਵੀਂ ਵਾਰ ਦੀ 8ਵੀਂ ਪੌੜੀ ਦਾ ਆਪ ਜੀ ਨੇ ਪਾਠ ਸਰਵਣ ਕੀਤਾ ਹੈ। ਭਾਈ ਗੁਰਦਾਸ ਸਾਹਿਬ ਜੀ ਇਸ ਪੌੜੀ ਦੇ ਅੰਦਰ ਸਾਨੂੰ ਸਾਰਿਆਂ ਨੂੰ ਸਮਝਾਉਂਦੇ ਹੈ, ਸੰਸਾਰ ਦੇ ਬਹੁਤ ਸਾਰੇ ਲੋਕ ਸ਼ਗਨ ਅਪਸ਼ਗਨ ਦੀ ਵਿਚਾਰ ਕਰਦੇ ਹੈ। ਬਹੁਤ ਸਾਰੇ ਭਰਮਾਂ ਦੇ ਵਿੱਚ ਪਏ ਹੋਏ ਹੈ, ਪਰ ਜਿਹੜੇ ਗੁਰਮੁਖ ਪਿਆਰੇ ਹਨ ਉਹ ਇਹਨਾਂ ਗੱਲਾਂ ਦੀ ਵਿਚਾਰ ਨਹੀਂ ਕਰਦੇ। ਉਹ ਤਾਂ ਆਪਣੇ ਗੁਰੂ ਦੇ ਸ਼ਬਦ ਦੇ ਨਾਲ ਜੁੜੇ ਰਹਿੰਦੇ ਹੈ, ਇਸ ਲਈ ਉਹਨਾਂ ਨੂੰ ਸੁਖ ਫਲ ਦੀ ਪ੍ਰਾਪਤੀ ਹੁੰਦੀ ਹੈ ਅਤੇ ਸੰਸਾਰ ਤੋਂ ਪਾਰ ਉਤਰ ਜਾਂਦੇ ਹੈ। ਗੁਰਬਾਣੀ ਦਾ ਬਚਨ ਹੈ, ਸਗੁਨ ਅਪਸਗਨ ਤਿਸ ਕਉ ਲੱਗੈ, ਜਿਸ ਚੀਤ ਨ ਆਵੈ। ਜਿਹਨੂੰ ਰੱਬ ਚੇਤੇ ਨਹੀਂ, ਪਰਮਾਤਮਾ ਦਾ ਨਾਮ ਨਹੀਂ ਚੇਤੇ ਕਰਦਾ, ਉਹੀ ਸ਼ਗਨਾਂ ਅਪਸ਼ਗਨਾਂ ਦੀ ਵਿਚਾਰ ਦੇ ਵਿੱਚ ਪੈਂਦਾ ਹੈ। ਪਰਮਾਤਮਾ ਦਾ ਸਿਮਰਨ ਕਰਨ ਵਾਲੇ, ਨਾਮ ਜਪਣ ਵਾਲੇ ਵਹਿਮਾਂ ਭਰਮਾਂ ਤੋਂ ਉੱਪਰ ਉੱਠ ਜਾਂਦੇ ਹੈ। ਸੋ ਆਓ ਭਾਈ ਗੁਰਦਾਸ ਸਾਹਿਬ ਜੀ ਸਾਨੂੰ ਇਸ ਪੌੜੀ ਵਿੱਚ ਦੱਸ ਰਹੇ ਨੇ, ਸੰਸਾਰ ਦੇ ਲੋਕ ਕੀ ਕੀ ਵਿਚਾਰਾਂ ਕਰਦੇ ਹੈ। ਵਾਹਿਗੁਰੂ ਜੀ। ਸੌਣ ਸਗੁਨ ਵਿਚਾਰਣੇ, ਨੌ ਗ੍ਰਹਿ ਬਾਰਹਿ ਰਾਸ ਵਿਚਾਰਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਸੰਸਾਰ ਦੇ ਬਹੁਤ ਸਾਰੇ ਲੋਕ ਨੇ ਸੌਣ ਸਗੁਨ ਵਿਚਾਰਣੇ। ਸੌਣ ਸ਼ਾਸਤਰ ਦੇ ਅਨੁਸਾਰ ਜਿਹੜਾ ਸੌਣ ਜੋਤਿਸ਼ ਸ਼ਾਸਤਰ ਹੈ, ਜੋਤਿਸ਼ ਦੇ ਰਾਹੀਂ ਉਹ ਸਗੁਨ
ਸ਼ਗਨ ਦੀ ਵਿਚਾਰ ਕਰਦੇ ਆ ਵੀ ਆਹ ਗੱਲ ਹੋ ਗਈ, ਇਹ ਸ਼ਗਨ ਹੈ, ਜੇ ਇੱਦਾਂ ਕਰ ਲਿਆ ਇਹ ਅਪਸ਼ਗਨ ਹੋ ਜਾਣਾ ਹੈ। ਜੋਤਿਸ਼ ਦੇ ਅਨੁਸਾਰ ਸ਼ਗਨਾਂ ਨੂੰ ਵਿਚਾਰਦੇ ਹੈ। 9 ਗ੍ਰਹਿ 12 ਰਾਸ ਵਿਚਾਰਾ। ਕਈ ਲੋਕ ਜਿਹੜੇ ਹੈ 9 ਗ੍ਰਹਿਾਂ ਦੀ ਵਿਚਾਰ ਕਰਦੇ ਹੈ, 12 ਰਾਸਾਂ ਦੀ ਵਿਚਾਰ ਕਰਦੇ ਹੈ, ਜਾਂ ਇਉਂ ਕਹਿ ਲਓ ਵੀ ਕਈ ਜਿਹੜੇ ਹੈ ਉਹ 9 ਗ੍ਰਹਿਾਂ, ਜਿਹੜੇ 9 ਗ੍ਰਹਿ ਨੇ ਉਹਨਾਂ ਨੂੰ ਪੂਜਦੇ ਹੈ, ਉਹਨਾਂ ਦੀ ਪੂਜਾ ਕਰਦੇ ਹੈ। ਹਿੰਦੂ ਮਤ ਅਨੁਸਾਰ 9 ਗ੍ਰਹਿ ਜਿਹੜੇ ਹੈ ਚੰਦ, ਸੂਰਜ, ਰਾਹੂ, ਕੇਤੂ, ਮੰਗਲ, ਬੁੱਧ, ਬ੍ਰਹਸਪਤ, ਸ਼ੁਕਰ ਅਤੇ ਸ਼ਨੀ, ਇਹ 9 ਗ੍ਰਹਿ ਨੇ। ਔਰ ਅਨੇਕਾਂ ਲੋਕ ਇਹਨਾਂ ਦੀ ਪੂਜਾ ਵਿੱਚ ਫਸੇ ਹੋਏ ਹੈ, ਵਿਚਾਰਾਂ ਕਰ ਕਰਕੇ ਇਹ 9 ਗ੍ਰਹਿਾਂ ਨੂੰ ਪੂਜਦੇ ਹੈ। ਪਰਮਾਤਮਾ ਨੂੰ ਨਹੀਂ ਪੂਜਦੇ, ਉਹਦਾ ਸਿਮਰਨ ਨਹੀਂ ਕਰਦੇ, ਪਰ ਇਹਨਾਂ ਗ੍ਰਹਿਾਂ ਦੀ ਵਿਚਾਰ ਵਿੱਚ ਪੈ ਕੇ ਇਹਨਾਂ ਨੂੰ ਪੂਜਦੇ ਹੈ। ਰਾਸ ਵਿਚਾਰਾ, ਇਸੇ ਤਰ੍ਹਾਂ ਜਿਹੜੀਆਂ 12 ਰਾਸਾਂ ਹਨ ਉਹਨਾਂ ਦੀ ਵਿਚਾਰ ਕਰਦੇ ਹੈ। 12 ਰਾਸਾਂ ਮੇਖ, ਮੀਨ, ਬ੍ਰਿਖ, ਸਿੰਘ, ਕਰਕ, ਮਿਥਨ, ਕੰਨਿਆ, ਕੁੰਭ, ਮਕਰ, ਤੁਲਾ, ਧਨ ਅਤੇ ਬ੍ਰਿਸ਼ਚਕ। ਕਈ ਸਿੱਖ ਵੀ ਕਹਾਉਂਦੇ, ਉਹ ਵੀ ਇਹਨਾਂ ਰਾਸਾਂ ਦੀ ਵਿਚਾਰ ਵਿੱਚ ਪਏ ਹੋਏ ਹੈ। ਕਈ ਤਾਂ ਅਖਬਾਰਾਂ ਇਹੋ ਜਿਹੀਆਂ ਉਹਨਾਂ 'ਚ ਰਾਸਾਂ ਦੀ ਗੱਲ ਆਉਂਦੀ, ਅੱਜ ਤੁਹਾਡਾ ਦਿਨ ਕਿਹੋ ਜਿਹਾ ਰਹਿਣਾ। ਰਾਸਾਂ ਦੀ ਵਿਚਾਰ ਵਿੱਚ ਸਿੱਖ ਨਹੀਂ ਕਦੇ ਪੈਂਦਾ। ਭਾਈ ਸਾਹਿਬ ਜੀ ਕਹਿੰਦੇ ਅਨੇਕਾਂ ਲੋਕ ਜਿਹੜੇ ਨੇ 12 ਰਾਸ ਇਹਦੀ ਵਿਚਾਰ ਕਰਦੇ ਹੈ ਅਤੇ ਇਸ ਭਰਮ ਭੁਲੇਖੇ ਦੇ ਵਿੱਚ ਪਏ ਰਹਿੰਦੇ ਹੈ। ਕਿਸ ਦਾ ਨਾਮ ਕਿਹੜੇ ਅੱਖਰ ਤੋਂ ਸ਼ੁਰੂ ਹੁੰਦਾ ਹੈ, ਉਹਦੀ ਆਹ ਰਾਸ ਹੈ, ਉਹਦੇ ਵਾਸਤੇ। ਹੁਣ ਇੱਕ ਨਾਂ ਦੇ ਕਈ ਬੰਦੇ ਹੁੰਦੇ ਨੇ ਸੰਸਾਰ ਵਿੱਚ, ਕੋਈ ਜ਼ਰੂਰੀ ਥੋੜ੍ਹੀ ਹੁੰਦਾ ਵੀ ਰਾਸ ਜਿਹੜੇ ਅੱਖਰ ਤੋਂ ਨਾਮ ਮਿਲਦਾ ਹੋਵੇ, ਰਾਸਾਂ ਮਿਲਦੀਆਂ ਹੋਣ। ਉਹਨਾਂ ਦੇ ਜੀਵਨ ਵਿੱਚ ਘਟਨਾਵਾਂ ਵੱਖੋ ਵੱਖਰੀਆਂ ਘਟਦੀਆਂ ਨੇ। ਜੇ ਰਾਸਾਂ ਦੀ ਗੱਲ ਕਰੋਗੇ ਫਿਰ ਤਾਂ ਰਾਮ ਅਤੇ ਰਾਵਣ ਦੋਨਾਂ ਦੇ ਨਾਂ ਤੇ ਰਾਰੇ ਤੋਂ ਹੀ ਸ਼ੁਰੂ ਹੁੰਦੇ ਹੈ ਨਾ। ਇੱਕ ਮਰ ਰਿਹਾ ਸੀ, ਇੱਕ ਜਿੱਤ ਰਿਹਾ ਸੀ। ਰਾਮ ਨੇ ਰਾਵਣ ਨੂੰ ਮਾਰ ਦਿੱਤਾ ਜੰਗ ਦੇ ਮੈਦਾਨ ਵਿੱਚ। ਅਤੇ ਜੇ ਰਾਸਾਂ ਦੀ ਵਿਚਾਰ ਹੀ ਸਹੀ ਹੁੰਦੀ ਫਿਰ ਇੱਕ ਨੂੰ ਜ਼ਿੰਦਗੀ, ਇੱਕ ਨੂੰ ਮੌਤ ਮਿਲ ਰਹੀ ਹੈ। ਭਾਈ ਗੁਰਦਾਸ ਜੀ ਕਹਿੰਦੇ ਵੇਖੋ, ਲੋਕ ਇਹਨਾਂ ਵਿਚਾਰਾਂ ਦੇ ਵਿੱਚ ਪਏ ਹੋਏ ਹੈ। ਕਾਮਣ ਟੂਣੇ ਔਂਸੀਆਂ, ਕਣ ਸੋਈ ਪਾਸਾਰ ਪਸਾਰਾ। ਕਈ ਜਿਹੜੀਆਂ ਕਾਮਣ ਇਸਤਰੀਆਂ ਨੇ ਉਹ ਟੂਣੇ ਕਰਦੀਆਂ ਨੇ, ਟੂਣੇ ਕਰਨ ਦੇ ਵਿੱਚ ਹੀ ਵਿਸ਼ਵਾਸ ਰੱਖਦੀਆਂ ਨੇ। ਔਂਸੀਆਂ, ਕਈ ਔਂਸੀਆਂ ਪਾਉਂਦੇ ਹੈ, ਫਿਰ ਗਿਣਤੀ ਕਰਦੇ ਹੈ ਵੀ ਚੰਗਾ ਹੈ ਜਾਂ ਮਾੜਾ ਹੈ। ਔਂਸੀਆਂ ਲਕੀਰਾਂ ਖਿੱਚ ਲੈਣੀਆਂ ਧਰਤੀ 'ਤੇ, ਫਿਰ ਉਹ ਮੇਟਣੀਆਂ, ਜੋੜਾ ਜੋੜਾ ਕਰਕੇ ਮੇਟ ਦੇਣੀਆਂ। ਜੇ ਟੌਂਕ ਬਚੇ ਤਾਂ ਉਹਨੂੰ ਚੰਗੀ ਸਮਝਦੇ ਹੈ, ਜੇ ਜਿਸਤ ਰਹਿ ਜਾਏ ਤਾਂ ਉਹਨੂੰ ਕਹਿੰਦੇ ਵੀ ਇਹ ਚੰਗਾ ਨਹੀਂ ਹੈ। ਕਿੰਨੀਆਂ ਸਾਰੀਆਂ ਲਕੀਰਾਂ ਖਿੱਚ ਕੇ ਨਾ ਫਿਰ ਜੋੜਾ ਜੋੜਾ ਕਰਕੇ ਮਿਟਾਉਂਦੇ ਹੈ। ਟੌਂਕ ਕਹਿੰਦੇ ਨੇ ਜਿਹੜਾ ਜੋੜਾ ਨਾ ਹੋਵੇ, ਜਿਵੇਂ 1 3 5 7 9, ਇਹਨੂੰ ਟੌਂਕ ਕਹਿੰਦੇ ਹੈ। ਅਤੇ ਜਿਸਤ ਕਹਿੰਦੇ ਜਿਹੜੇ ਜੋੜਾ ਜੋੜਾ, ਜਿਵੇਂ 2 4 6 8, ਇਹਨੂੰ ਜਿਸਤ ਕਿਹਾ ਜਾਂਦਾ। ਸੋ ਕਈ ਔਂਸੀਆਂ ਪਾਉਂਦੇ ਹੈ, ਅਤੇ ਜੇ ਟੌਂਕ ਵਧੇ ਤਾਂ ਕਹਿੰਦੇ ਚੰਗੀ ਹੈ, ਜੇ ਜਿਸਤ ਵਧੇ ਤਾਂ ਕਹਿੰਦੇ ਮਾੜੀ। ਇਸ ਤਰ੍ਹਾਂ ਦੀਆਂ ਵਿਚਾਰਾਂ ਵਿੱਚ ਨਾ ਭਰਮ ਭੁਲੇਖਿਆਂ ਵਿੱਚ ਲੋਕ ਪਏ ਹੈ। ਟੂਣਿਆਂ ਔਂਸੀਆਂ ਦੇ ਵਿੱਚ ਕਣ ਸੋਈ ਪਾਸਾਰ ਪਸਾਰਾ। ਅਤੇ ਇਸੇ ਤਰ੍ਹਾਂ ਇੱਧਰ ਉੱਧਰ ਦੀਆਂ ਕਣਸੋਆਂ ਲੈਂਦੇ ਹੈ, ਫਲਾਣੇ ਥਾਂ ਕੀ ਹੋਇਆ। ਤਾਂ ਬਹੁਤ ਸਾਰੀਆਂ ਇਹ ਜਿਹੜੀਆਂ ਗੱਲਾਂ ਲੋਕ ਕਰਦੇ ਹੈ, ਇਹੋ ਜਿਹਾ ਪਸਾਰਾ ਜਿਹੜਾ ਨਾ ਬਹੁਤ ਸਾਰਾ ਕਰਦੇ ਹੈ। ਕਾਮਣ ਟੂਣੇ ਔਂਸੀਆਂ, ਖਾਸ ਕਰਕੇ ਇਸ ਦੂਸਰੀ ਪੰਕਤੀ ਵਿੱਚ ਭਾਈ ਸਾਹਿਬ ਜੀ ਕਹਿੰਦੇ ਕਾਮਣ ਜਿਹੜੀਆਂ ਇਸਤਰੀਆਂ ਨੇ ਉਹ ਟੂਣੇ ਔਂਸੀਆਂ ਅਤੇ ਕਣਸੋਆਂ ਦਾ ਬਹੁਤ ਸਾਰਾ ਉਹ ਪਸਾਰਾ
ਕਰਦੀਆਂ ਰਹਿੰਦੀਆਂ ਨੇ। ਇੱਧਰੋਂ ਖਬਰ ਲਈ ਉੱਧਰ ਦੱਸੀ, ਕਣਸੂਆਂ ਲੈਣੀਆਂ। ਸੋ ਇਹੋ ਜਿਹੇ ਪਸਾਰਿਆਂ ਦੇ ਵਿੱਚ ਪਈਆਂ ਹੋਈਆਂ ਨੇ। ਗਧੋ ਕੁੱਤੇ ਬਿੱਲੀਆਂ, ਇੱਲ ਮਲਾਲੀ ਗਿੱਦੜ ਛਾਰਾ। ਇਸੇ ਤਰ੍ਹਾਂ ਗਧੋ ਗਧੇ ਜਿਹੜੇ ਖੋਤੇ ਨੇ, ਕੁੱਤੇ ਅਤੇ ਬਿੱਲੀਆਂ, ਇਹਨਾਂ ਦੀ ਵਿਚਾਰ ਦੇ ਵਿੱਚ ਲੋਕ ਪਏ ਹੋਏ ਹੈ। ਤੁਰਨ ਲੱਗੇ ਕਿਸੇ ਪਾਸੇ ਗਧਾ ਬੋਲਿਆ, ਕਹਿੰਦੇ ਇਹ ਤਾਂ ਅਪਸ਼ਗਨ ਹੋ ਗਿਆ। ਦੂਜੇ ਪਾਸੇ ਬੋਲ ਪਿਆ ਇਹ ਚੰਗਾ ਹੁੰਦਾ ਹੈ। ਇਸ ਵਿਚਾਰ ਵਿੱਚ ਪਏ ਹੋਏ ਹੈ। ਗਧੋ ਕੁੱਤੇ ਬਿੱਲੀਆਂ, ਕੁੱਤੇ ਬਿੱਲੀਆਂ ਦੀ ਵਿਚਾਰ ਵਿੱਚ ਹੀ ਕੁੱਤੇ ਨੇ ਕੰਨ ਫਟਕ ਦਿੱਤੇ ਵੀ ਚੰਗਾ ਨਹੀਂ ਹੁੰਦਾ। ਭਾਈ ਗੁਰਦਾਸ ਜੀ ਕਹਿੰਦੇ ਇਹੋ ਜਿਹੇ ਭਰਮ ਭੁਲੇਖਿਆਂ 'ਚ ਲੋਕ ਪਏ ਹੈ। ਹੁਣ ਕੁੱਤੇ ਦੇ ਕੰਨ 'ਤੇ ਮੱਖੀ ਬਹਿ ਗਈ ਅਤੇ ਉਹਨੇ ਤਾਂ ਕੰਨ ਫਟਕਣੇ ਹੀ ਹੈ ਭਾਈ। ਇਹਦਾ ਤੁਹਾਡੇ ਕੰਮ ਦੇ ਨਾਲ ਕੀ ਲਿੰਕ ਹੈ? ਕੰਮ ਦੇ ਨਾਲ ਕੋਈ ਸੰਬੰਧ ਨਹੀਂ ਹੈ, ਪਰ ਲੋਕ ਐਸੀ ਵਿਚਾਰ ਕਰਦੇ ਹੈ। ਗਧੋ ਕੁੱਤੇ ਬਿੱਲੀਆਂ, ਬਿੱਲੀ ਦੀ ਵਿਚਾਰ ਕਰਦੇ ਹੈ। ਬੰਦਾ ਤੁਰਿਆ ਜਾ ਰਿਹਾ ਗੱਡੀ 'ਤੇ ਸਭ ਅੱਗੋਂ ਦੀ ਬਿੱਲੀ ਲੰਘ ਗਈ ਖੇਤ, ਬਿੱਲੀ ਰਾਹ ਕੱਟ ਗਈ। ਹੁਣ ਤਾਂ ਮਾੜਾ ਹੈ ਇਹ। ਇਹਨਾਂ ਵਿਚਾਰਾਂ ਦੇ ਵਿੱਚ ਲੋਕ ਪਏ ਨੇ। ਇੱਲ ਮਲਾਲੀ ਗਿੱਦੜ ਛਾਰਾ, ਇਸੇ ਤਰ੍ਹਾਂ ਇੱਲਾਂ ਦੀ ਵਿਚਾਰ ਕਰਦੇ ਹੈ। ਮਲਾਲੀ ਜਿਹੜੀ ਸੋਨ ਚਿੜੀ ਹੁੰਦੀ ਹੈ, ਜਾਂ ਮਲਾਲੀ ਮੈਨਾ ਨੂੰ ਵੀ ਕਹਿੰਦੇ ਹੈ। ਗਿੱਦੜਾਂ ਅਤੇ ਛਾਰਾ ਵਾਹ ਵਰੋਲਿਆਂ ਦੀ, ਹਨੇਰੀਆਂ ਦੀ ਵਿਚਾਰ ਕਰਦੇ ਹੈ। ਦਿਨੇ ਆਖੇ ਗਿੱਦੜ ਬੋਲ ਪਿਆ ਇਹ ਚੰਗਾ ਨਹੀਂ ਹੁੰਦਾ, ਅਮੰਗਲ ਹੋ ਗਿਆ ਹੈ। ਸੋ ਕਿਸੇ ਪਾਸਿਓਂ ਹਵਾ ਚੱਲ ਪਈ, ਇਹ ਚੰਗੀ ਨਹੀਂ। ਸੋ ਇਹੋ ਜਿਹੀਆਂ ਵਿਚਾਰਾਂ ਦੇ ਵਿੱਚ ਨਾ, ਸ਼ਗਨਾਂ ਅਪਸ਼ਗਨਾਂ ਦੀਆਂ ਵਿਚਾਰਾਂ ਦੇ ਵਿੱਚ ਭਾਈ ਸਾਹਿਬ ਜੀ ਕਹਿੰਦੇ ਲੋਕ ਬਹੁਤ ਫਸੇ ਹੋਏ ਹੈ। ਨਾਰ ਪੁਰਖ ਪਾਣੀ ਅਗਨ, ਛਿਕ ਪਦ ਹਿੜਕੀ ਵਰਤਾਰਾ। ਇਸੇ ਤਰ੍ਹਾਂ ਨਾਰ ਪੁਰਖ ਪਾਣੀ ਅਗਨ, ਨਾਰ ਅਤੇ ਪੁਰਖ ਦੀ ਵਿਚਾਰ ਵਿੱਚ ਪਏ ਹੋਏ ਹੈ। ਨਾਰ ਪੁਰਖ ਪਾਣੀ ਅਗਨ, ਬੰਦਾ ਕਿਤੇ ਆਖੇ ਕੰਮ ਨੂੰ ਚੱਲਿਆ ਅਤੇ ਅੱਗੋਂ ਜੇ ਕੋਈ ਇਸਤਰੀ ਪਾਣੀ ਦਾ ਭਰਿਆ ਹੋਇਆ ਘੜਾ ਲੈ ਕੇ ਮਿਲੇ ਤਾਂ ਕਹਿੰਦੇ ਕੰਮ ਫਤਿਹ ਹੋ ਜਾਣਾ ਹੈ। ਇਹ ਵਿਚਾਰਾਂ ਨੇ ਲੋਕਾਂ ਦੀਆਂ। ਜੇ ਖਾਲੀ ਘੜਾ ਹੈ ਕਹਿੰਦੇ ਚੰਗਾ ਨਹੀਂ ਹੁੰਦਾ, ਇਹ ਮਾੜਾ ਹੁੰਦਾ ਹੈ। ਕੋਈ ਤੁਰਿਆ ਜਾ ਰਿਹਾ ਹੈ, ਅੱਗੋਂ ਕੋਈ ਬਾਲਣ ਲੈ ਕੇ ਮਿਲ ਪਿਆ, ਕਹਿੰਦੇ ਇਹ ਤਾਂ ਬਹੁਤ ਮਾੜਾ ਹੈ, ਇਹ ਤਾਂ ਮੌਤ ਦਾ ਸੂਚਕ ਹੁੰਦਾ ਹੈ ਬਾਲਣ। ਉਹ ਬਾਲਣ ਵੀ ਤਾਂ ਘਰੇ ਚੁੱਲ੍ਹਿਆਂ 'ਚ ਬਾਲਣ ਵਾਸਤੇ ਕਿਸੇ ਰਸਤੇ 'ਤੇ ਆਏਗਾ ਹੀ ਨਾ। ਉਹ ਰਾਹ 'ਤੇ ਬੰਦ ਨਹੀਂ ਕਰ ਦਿੱਤੇ ਜਾਂਦੇ ਜਿੱਧਰੋਂ ਦੀ ਬਾਲਣ ਆਉਂਦਾ ਹੈ। ਭਾਈ ਸਾਹਿਬ ਜੀ ਕਹਿੰਦੇ ਵੇਖੋ ਲੋਕ ਕਿਹੋ ਜਿਹੇ ਭਰਮਾਂ 'ਚ ਪਏ ਹੈ। ਨਾਰ ਪੁਰਖ ਪਾਣੀ ਅਗਨ। ਸੋ ਇਸਤਰੀ ਪੁਰਖ ਤੁਰਨ ਲੱਗੇ, ਜੇ ਅੱਗੋਂ ਪਾਣੀ ਜਾਂ ਅੱਗ ਲੈ ਕੇ ਕੋਈ ਮਿਲੇ ਤਾਂ ਉਹਨਾਂ ਦੀ ਵਿਚਾਰ ਕਰਦੇ ਹੈ। ਅੱਗੇ ਅੱਗ ਮਿਲ ਪਈ ਅਤੇ ਕਹਿੰਦੇ ਚੰਗੀ ਨਹੀਂ ਹੁੰਦੀ, ਪਾਣੀ ਮਿਲੇ ਚੰਗਾ ਹੁੰਦਾ ਹੈ। ਸੋ ਇਸੇ ਤਰ੍ਹਾਂ ਛਿਕ ਪਦ ਹਿੜਕੀ ਵਰਤਾਰਾ। ਛਿਕ, ਜੇ ਕੋਈ ਤੁਰਨ ਲੱਗਾ ਕਿਸੇ ਨੂੰ ਇੱਕ ਛਿਕ ਆ ਗਈ, ਕਹਿੰਦੇ ਤਾਂ ਅਮੰਗਲ ਹੋ ਗਿਆ, ਬਹਿ ਜਾਓ ਥੋੜ੍ਹਾ ਚਿਰ, ਜੁੱਤੀ ਝਾੜੋ ਅਤੇ ਫਿਰ ਤੁਰਿਓ। ਇਹੋ ਜਿਹੀਆਂ ਵਿਚਾਰਾਂ ਦੇ ਵਿੱਚ ਲੋਕ ਪਏ ਹੈ। ਜੇ ਦੋ ਛਿੱਕਾਂ ਆ ਗਈਆਂ ਕਹਿੰਦੇ ਚੰਗੀ ਹੈ। ਛਿੱਕ ਦਾ ਕੰਮ ਕਿਸੇ ਦੇ ਕੰਮ ਦੇ ਨਾਲ, ਕਿਸੇ ਦੇ ਤੁਰਨ ਅਤੇ ਨਾ ਤੁਰਨ ਦੇ ਨਾਲ ਕੀ ਸੰਬੰਧ ਹੈ? ਕੋਈ ਸੰਬੰਧ ਨਹੀਂ। ਅਗਲੇ ਨੂੰ ਭਾਵੇਂ ਜ਼ੁਕਾਮ ਲੱਗਾ ਹੋਵੇ, ਉਹਨੂੰ ਤਾਂ ਛਿੱਕਾਂ 'ਤੇ ਛਿੱਕਾਂ ਆਉਣੀਆਂ ਨੇ ਨਾ। ਸੋ ਭਾਈ ਸਾਹਿਬ ਜੀ ਕਹਿੰਦੇ ਵੇਖੋ ਛਿੱਕ ਪਦ ਵਾ ਦਾ ਸਰਨਾ, ਹਿੜਕੀ ਆਉਣੀ, ਇਹ ਜਿਹੜੇ ਵਰਤਾਰੇ ਹੁੰਦੇ ਨੇ ਨਾ, ਲੋਕ ਇਹਨਾਂ ਦੀ ਵਿਚਾਰ ਦੇ ਵਿੱਚ ਪਏ ਹੋਏ ਹੈ। ਥਿਤ ਵਾਰ ਭੱਦਰਾ ਭਰਮ, ਦਿਸਾ ਸੂਲ ਸਹਿਸਾ ਸਹਿ ਸਾਰਾ। ਥਿਤ ਜਿਹੜੀਆਂ ਤਿੱਥਾਂ ਹੁੰਦੀਆਂ ਨੇ, ਏਕਮ ਦੂਜ ਤੀਜ ਚੌਥ ਪੰਚਮ, ਇਹਨਾਂ ਦੀ ਵਿਚਾਰ ਵਿੱਚ ਏਕਮ ਨੂੰ ਆਹ ਕੰਮ ਨਹੀਂ ਕਰਨਾ, ਏਕਮ ਚੰਗੀ ਹੁੰਦੀ ਹੈ ਜਾਂ ਮਾੜੀ, ਆਹ ਥਿਤ ਚੰਗੀ ਹੁੰਦੀ ਹੈ, ਆਹ ਤਿੱਥ ਮਾੜੀ ਹੈ। ਸੋ ਕੋਈ ਸ਼ਗਨ ਦਾ ਕੰਮ ਕਰਨਾ, ਇਸ ਤਿੱਥ ਨੂੰ ਨਹੀਂ ਕਰਨਾ, ਇਹ ਚੰਗੀ ਨਹੀਂ, ਫਲਾਣੀ ਨੂੰ ਕਰਾਂਗੇ। ਸੋ ਭਾਈ ਗੁਰਦਾਸ ਜੀ ਕਹਿੰਦੇ ਜਿਹੜੀਆਂ ਥਿੱਤਾਂ ਨੇ, ਇਹਨਾਂ ਦੀ ਵਿਚਾਰ ਵਿੱਚ ਵਾਰ, ਅਤੇ ਜਿਹੜੇ ਵਾਰ ਨੇ
ਐਤਵਾਰ ਤੋਂ ਲੈ ਕੇ ਸ਼ਨੀਵਾਰ ਤੱਕ, ਜਾਂ ਸ਼ਨਿੱਚਰਵਾਰ ਕਹਿ ਲਓ, ਐਤਵਾਰ ਚੰਗਾ ਜਾਂ ਮਾੜਾ, ਸੋਮਵਾਰ ਆ ਕੰਮ ਚੰਗਾ ਕਰਨਾ ਹੈ, ਸ਼ਨੀਵਾਰ ਜੀ ਲੋਹਾ ਖਰੀਦਣ ਨਹੀਂ ਜਾਣਾ, ਹੋਰ ਕਿਸੇ ਵਾਰ ਲੈ ਕੇ ਆਵਾਂਗੇ, ਅੱਜ ਵੀਰਵਾਰ, ਅੱਜ ਕੱਪੜੇ ਨਹੀਂ ਧੋਣ। ਇਹੋ ਜਿਹੀਆਂ ਨਾ, ਜਿਨ੍ਹਾਂ ਦਾ ਕੋਈ ਮਤਲਬ ਨਹੀਂ ਨਿਕਲਦਾ, ਜਿਨ੍ਹਾਂ ਗੱਲਾਂ ਦਾ, ਭਾਈ ਗੁਰਦਾਸ ਜੀ ਕਹਿੰਦੇ ਲੋਕ ਉਹ ਵਿਚਾਰਨ ਕਰਦੇ ਹੈ। ਜੇ ਵੀਰਵਾਰ ਮਾੜਾ ਹੁੰਦਾ ਤਾਂ ਕਿਸੇ ਦੇ ਘਰੇ ਕੋਈ ਲੜਕਾ ਮੁੰਡਾ ਜੰਮ ਪਵੇ, ਉਹਨੂੰ ਕੋਈ ਬਾਹਰ ਥੋੜ੍ਹੀ ਸੁੱਟ ਆਉਂਦਾ ਵੀ ਇਹ ਵੀਰਵਾਰ ਹੁਣ ਜੰਮ ਪਿਆ। ਸ਼ਨੀਵਾਰ ਕਿਸੇ ਨੇ ਜਨਮ ਲੈ ਲਿਆ ਤਾਂ ਫਿਰ ਕੀ ਹੈ? ਇਹ ਤਾਂ ਕੁਦਰਤ ਦਾ ਵਰਤਾਰਾ ਵਰਤਦਾ ਹੈ, ਕਦੋਂ ਕਿਸੇ ਨੇ ਸੰਸਾਰ ਵਿੱਚ ਆਉਣਾ, ਜਨਮ ਲੈਣਾ। ਪਰ ਲੋਕ ਬਹੁਤ ਜ਼ਿਆਦਾ ਇਹਨਾਂ ਵਿਚਾਰਾਂ ਦੇ ਵਿੱਚ ਪਏ ਹੋਏ। ਜਨਮ ਤੇ ਮੌਤ ਦਾ ਸਮਾਂ ਕਿਸੇ ਦਾ ਨਿਸ਼ਚਿਤ ਨਹੀਂ ਹੈ, ਪਰ ਲੋਕ ਇਹਨਾਂ ਵਿਚਾਰਾਂ ਵਿੱਚ ਪਏ ਹੈ। ਫਲਾਣੇ ਦਿਨ ਫੁੱਲ ਨਹੀਂ ਚੁਗਣੇ ਜੀ, ਫਲਾਣੇ ਦਿਨ ਆਹ ਨਹੀਂ ਕਰਨਾ, ਇਸ ਦਿਨ ਨਹੀਂ ਅਸੀਂ ਭੋਗ ਪਾਉਣਾ, ਇਹਦੀ ਵਿਚਾਰ ਹੁੰਦੀ। ਜੇ ਪੁੱਛੀਏ ਵਿਚਾਰ ਹੁੰਦੀ ਕਾਹਦੀ, ਦੱਸ ਤੇ ਦਿਓ। ਸਪਸ਼ਟ ਤੌਰ 'ਤੇ ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਹੋਇਆ ਹੈ, ਪ੍ਰਾਣੀ ਚੜ੍ਹਾਈ ਕਰ ਗਿਆ ਹੈ ਅਤੇ ਉਹ ਜਦੋਂ ਉਹਨੂੰ ਸੰਸਕਾਰ ਕਰ ਦਿੱਤਾ ਜਾਂਦਾ ਹੈ, ਜਦੋਂ ਵੀ ਉਹਦਾ ਅੰਗੀਠਾ ਠੰਡਾ ਹੋ ਜਾਏ, ਅੰਗੀਠਾ ਇਕੱਠਾ ਕਰ ਲਓ ਸਾਰਾ। ਗੁਰਮਤਿ ਮਰਿਆਦਾ ਦੇ ਵਿੱਚ ਫੁੱਲ ਨਹੀਂ ਚੁੱਕਦੇ, ਫੁੱਲ ਜਿਹੜੀਆਂ ਹੱਡੀਆਂ ਹੁੰਦੀਆਂ ਉਹਨਾਂ ਨੂੰ ਫੁੱਲ ਕਹਿੰਦੇ ਆ। ਸਾਰਾ ਅੰਗੀਠਾ ਜਿਹੜਾ ਉਹ ਸਮੇਟਿਆ ਜਾਂਦਾ ਹੈ, ਵਗਦੇ ਹੋਏ ਜਲ ਦੇ ਵਿੱਚ ਪ੍ਰਵਾਹ ਕਰ ਦਿੱਤਾ ਜਾਂਦਾ ਹੈ, ਅਤੇ ਖਾਲਸਾ ਸ਼੍ਰੋਮਣੀ ਹੈ, ਦੁਸਹਿਰਾ ਕਰਦਾ ਹੈ, 10ਵੇਂ ਦਿਨ ਭੋਗ ਪਾਉਂਦਾ ਹੈ। ਸੋ ਪਰ ਲੋਕ ਜਿਹੜੇ ਨੇ ਨਾ, ਪਤਾ ਨਹੀਂ ਕਿੱਥੋਂ, ਆਖੇ ਪੁਰਾਣੇ ਬਜ਼ੁਰਗਾਂ ਤੋਂ ਸੁਣਿਆ, ਉਹ ਬਜ਼ੁਰਗ ਪਤਾ ਨਹੀਂ ਕਿਹੜੇ ਸਕੂਲਾਂ 'ਚ ਪੜ੍ਹੇ। ਗੁਰਮਤਿ ਦਾ ਜਿਹੜਾ ਸਿਧਾਂਤ ਹੈ, ਉਹ ਜੋ ਸਾਨੂੰ ਸਿੱਖਿਆ ਦਿੰਦਾ ਹੈ, ਅਸੀਂ ਉਹਨੂੰ ਨਹੀਂ ਮੰਨਦੇ। ਵਾਰਾਂ ਦੇ ਭਰਮ ਅੱਜ ਵੀ ਸਾਡੇ ਸਿੱਖਾਂ ਵਿੱਚ ਬਹੁਤ ਜ਼ਿਆਦਾ ਨੇ, ਪਰ ਇਹਨਾਂ ਵਾਰਾਂ ਦੇ ਭਰਮ ਨੂੰ ਭਾਈ ਗੁਰਦਾਸ ਜੀ ਕਹਿੰਦੇ ਛੱਡੋ। ਗੁਰੂ ਕਾ ਸਿੱਖ ਜਿਹੜਾ ਨਾ, ਇਹਨਾਂ ਭਰਮਾਂ ਭੁਲੇਖਿਆਂ ਵਿੱਚ ਨਹੀਂ ਪੈਂਦਾ। ਥਿਤ ਵਾਰ ਭੱਦਰਾ ਭਰਮ, ਭੱਦਰਾ ਇਹ ਤਿਥੀਆਂ ਦਾ ਵਿਭਾਗ ਹੁੰਦਾ ਹੈ ਹਿੰਦੂ ਮਤ ਅਨੁਸਾਰ। ਉਹ ਤਰੀਕਾਂ ਨੂੰ ਵੱਖੋ ਵੱਖਰੇ ਹਿੱਸਿਆਂ 'ਚ ਵੰਡਦੇ ਹੈ, ਉਹ 11 ਕਰਨ ਗਿਣਦੇ ਹੈ ਵੱਖੋ ਵੱਖਰੇ, ਅਤੇ ਉਹਨਾਂ ਦੀ ਫਿਰ ਉਹ ਵਿਚਾਰ ਕਰਦੇ ਹੈ। ਭਾਈ ਗੁਰਦਾਸ ਜੀ ਕਹਿੰਦੇ ਇਹ ਤਿਥੀਆਂ ਦਾ ਵਿਭਾਗ ਜਿਹੜਾ ਹੈ, ਭੱਦਰਾ ਦਾ ਭਰਮ ਸੰਸਾ, ਇਹ ਲੋਕ ਮਨ ਵਿੱਚ ਧਾਰਨ ਕਰਕੇ ਬੈਠੇ ਹੈ। ਦਿਸਾ ਸੂਲ ਸਹਿਸਾ ਸਹਿ ਸਾਰਾ, ਅਤੇ ਦਿਸਾ ਸੂਲ ਹੁੰਦਾ ਹੈ ਕਿਸੇ ਖਾਸ ਦਿਸ਼ਾ ਵੱਲ ਜਾਣਾ, ਉਹਦਾ ਵਾਰ ਅਤੇ ਵੇਲਾ, ਕਿ ਇਸ ਵੇਲੇ ਫਲਾਣੀ ਦਿਸ਼ਾ ਨੂੰ ਨਹੀਂ ਜਾਣਾ, ਫਿਰ ਸੂਲ ਹੋਵੇਗੀ, ਪੀੜਾ ਹੋਵੇਗੀ, ਸੂਲ ਵਾਂਗ ਇਹ ਦਿਸ਼ਾ ਵਿੱਚ ਜਾਣਾ ਦੁਖਦਾਈ ਹੋਵੇਗਾ। ਭਾਈ ਗੁਰਦਾਸ ਜੀ ਕਹਿੰਦੇ ਦਿਸ਼ਾ ਸੂਲ ਦੇ ਭਰਮ ਵਿੱਚ ਲੋਕ ਪਏ ਹੋਏ ਹੈ। ਕਿਸੇ ਖਾਸ ਦਿਸ਼ਾ ਵਿੱਚ ਜਾਣ ਦੇ ਲਈ ਕੋਈ ਖਾਸ ਦਿਨ ਅਤੇ ਸਮਾਂ ਸੂਲ ਵਰਗਾ ਦੁਖਦਾਈ ਹੋਣਾ। ਅਤੇ ਹਿੰਦੂ ਮਤ ਅਨੁਸਾਰ ਕਹਿੰਦੇ ਆ ਪੱਛਮ ਵਾਸਤੇ ਸ਼ੁੱਕਰ ਅਤੇ ਐਤਵਾਰ ਇਹ ਦੁਖਦਾਈ ਹੁੰਦਾ ਹੈ। ਜੇ ਪੱਛਮ ਨੂੰ ਜਾਣਾ ਹੈ ਅਤੇ ਸ਼ੁੱਕਰ ਅਤੇ ਐਤਵਾਰ ਨੂੰ ਜਾਓਗੇ, ਕਹਿੰਦੇ ਤੁਹਾਨੂੰ ਦੁੱਖ ਲੱਗੇਗਾ। ਭਰਮ ਹੈ ਮਨ ਵਿੱਚ ਪਾਲਿਆ ਹੋਇਆ। ਉੱਤਰ ਵਾਸਤੇ ਉੱਤਰ ਦੀ ਦਿਸ਼ਾ ਨੂੰ ਜਾਣਾ, ਕਹਿੰਦੇ ਮੰਗਲ ਅਤੇ ਬੁੱਧ, ਉਹ ਦੁਖਦਾਈ ਹੋਵੇਗਾ। ਸੋ ਇਸ ਤਰ੍ਹਾਂ ਦਿਸ਼ਾਵਾਂ ਦੇ ਭਰਮ ਵਿੱਚ ਪਏ ਨੇ। ਪੂਰਬ ਜਾਣ ਲਈ ਕਹਿੰਦੇ ਸ਼ਨੀ ਅਤੇ ਸੋਮ, ਅਤੇ ਦੱਖਣ ਵਿੱਚ ਜਾਣਾ ਅਤੇ ਵੀਰਵਾਰ, ਇਹ ਸੂਲ ਵਰਗੇ ਨੇ। ਦਿਸ਼ਾ ਸੂਲ, ਭਾਈ ਸਾਹਿਬ ਜੀ ਕਹਿੰਦੇ ਕਿਸੇ ਨੂੰ ਕਿਸੇ ਸਮੇਂ ਵੀ ਕੋਈ ਕੰਮ ਪੈ ਸਕਦਾ ਹੈ, ਜਿਸ ਪਾਸੇ ਮਰਜ਼ੀ ਬੰਦਾ ਜਾਵੇ, ਪਰ ਲੋਕ ਦਿਸ਼ਾ ਸੂਲ ਦਿਸ਼ਾਵਾਂ ਦੇ ਭਰਮ ਦੇ ਵਿੱਚ ਵੀ ਪਏ ਹੁੰਦੇ ਆ ਵੀ ਅੱਜ ਫਲਾਣਾ ਵਾਰ ਹੈ, ਅੱਜ ਫਲਾਣੇ ਪਾਸੇ ਨਹੀਂ ਜਾਣਾ। ਸਹਿਸਾ ਸਹਿ ਸਾਰਾ। ਸੋ ਇਸ ਤਰ੍ਹਾਂ ਦੀਆਂ ਹਜ਼ਾਰਾਂ ਹੀ ਜੋ ਸੰਸਾਰ ਦੇ ਵਿੱਚ ਵਿਚਾਰਾਂ ਨੇ, ਉਹ ਲੋਕ ਕਰਦੇ ਹੈ ਅਤੇ ਇਹਨਾਂ ਵਿਚਾਰਾਂ ਦੇ ਵਿੱਚ ਪਏ ਹੋਏ ਹੈ। ਵਲ ਛਲ ਕਰ ਵਿਸ਼ਵਾਸ ਲਖ,
ਬਹੁ ਚੁਖੀ ਕਿਉਂ ਰਵੈ ਪਤਾਰਾ। ਵਲ ਛਲ ਕਰ ਵਿਸ਼ਵਾਸ ਲਖ। ਫਿਰ ਵਲ ਛਲ ਕਰਕੇ, ਹੇਰੀਆਂ ਫੇਰੀਆਂ ਕਰਕੇ ਭਾਈ ਸਾਹਿਬ ਜੀ ਕਹਿੰਦੇ ਉਹ ਇਹਦੇ ਤੇ ਹੀ ਵਿਸ਼ਵਾਸ ਕਰਦੇ ਹੈ। ਵਲ ਛਲ ਕਰ ਵਿਸ਼ਵਾਸ ਲਖ। ਵਲ ਛਲ ਕਰਨਾ ਮਤਲਬ ਧੋਖਾ, ਹੇਰੀਆਂ ਫੇਰੀਆਂ ਕਰਨ ਦੇ ਉੱਤੇ ਵਿਸ਼ਵਾਸ ਕਰਦੇ ਹੈ ਵੀ ਜੇ ਮੈਂ ਹੇਰੀ ਫੇਰੀ ਨਾ ਕਰੀ ਤਾਂ ਫਿਰ ਤਾਂ ਧਨ ਦੀ ਕਮਾਈ ਨਹੀਂ ਹੋਣੀ, ਪੈਸਾ ਨਹੀਂ ਕਮਾਇਆ ਜਾਣਾ। ਸੋ ਉਹ ਲੋਕ ਹੇਰੀਆਂ ਫੇਰੀਆਂ ਕਰਨ ਉੱਤੇ ਭਰੋਸਾ ਰੱਖ ਕੇ ਲੱਖਾਂ ਹੀ ਧਨ ਦੇ ਜੋੜਨ ਵਿੱਚ ਲੱਗੇ ਰਹਿੰਦੇ ਹੈ। ਬਹੁ ਚੁੱਖੀ ਕਿਉਂ ਰਵੈ ਪਤਾਰਾ। ਬਹੁ ਚੁੱਖੀ ਕਹਿੰਦੇ ਹੈ ਵੇਸ਼ਵਾ ਨੂੰ। ਭਾਈ ਸਾਹਿਬ ਜੀ ਕਹਿੰਦੇ ਹੈ ਜਿਹੜੀ ਵੇਸ਼ਵਾ ਹੈ ਨਾ, ਕਿਉਂ ਰਵੈ ਪਤਾਰਾ, ਉਹ ਇੱਕ ਪਤੀ ਨੂੰ ਕਿਵੇਂ ਮਾਣ ਸਕਦੀ ਹੈ। ਸੋ ਪਤੀ ਦਾ ਸੁੱਖ ਕਿਵੇਂ ਉਹ ਪ੍ਰਾਪਤ ਕਰ ਸਕਦੀ ਹੈ, ਕਿਉਂਕਿ ਵੇਸ਼ਵਾ ਜਿਹੜੀ ਹੈ ਉਹ ਪਤੀ ਦਾ ਸੁੱਖ ਨਹੀਂ ਪ੍ਰਾਪਤ ਕਰ ਸਕਦੀ, ਉਹਦਾ ਜੀਵਨ ਨਹੀਂ ਹੈ, ਉਹ ਹਜ਼ਾਰਾਂ ਪੁਰਸ਼ਾਂ ਨੂੰ ਰੱਬਦੀ ਹੈ। ਭਾਈ ਗੁਰਦਾਸ ਜੀ ਇਸ ਪੌੜੀ ਦੇ ਵਿੱਚ ਸਮਝਾ ਰਹੇ ਹੈ ਵੀ ਜਿਹੜੇ ਇਹਨਾਂ ਹਜ਼ਾਰਾਂ ਹੀ ਵਿਚਾਰਾਂ ਵਿੱਚ ਪਏ ਹੋਏ ਆ, ਹਜ਼ਾਰਾਂ ਹੀ ਭਰਮ ਭੁਲੇਖਿਆਂ ਵਿੱਚ, ਜਿੰਨੇ ਸਾਰੇ ਉਤੋਂ ਤੋਂ ਲੈ ਕੇ ਗਿਣੇ ਹੈ, ਜੋਤਿਸ਼ ਅਨੁਸਾਰ ਸ਼ਗਨਾਂ ਅਪਸ਼ਗਨਾਂ ਦੀ ਵਿਚਾਰ ਕਰਦੇ ਹੈ। ਕੋਈ 9 ਗ੍ਰਹਿਆਂ ਨੂੰ ਪੂਜਦਾ ਹੈ, ਕੋਈ 12 ਰਾਸਾਂ ਦੀ ਵਿਚਾਰ ਕਰਦਾ ਹੈ, ਕੋਈ ਕਾਮਣ ਟੂਣੇ ਔਂਸੀਆਂ ਦੇ ਵਿੱਚ ਪਿਆ ਹੋਇਆ ਹੈ, ਗਧੇ ਕੁੱਤੇ ਬਿੱਲੀਆਂ ਦੀ ਵਿਚਾਰ ਕਰਦਾ ਹੈ, ਕੋਈ ਇੱਧਰੋਂ ਲੰਘ ਗਿਆ, ਕੋਈ ਸੱਜਿਓਂ ਕੋਈ ਖੱਬਿਓਂ, ਚੰਗਾ ਮੰਦਾ ਹੁੰਦਾ ਹੈ। ਸੋ ਇੱਕ ਨਹੀਂ, ਭਾਈ ਸਾਹਿਬ ਜੀ ਕਹਿੰਦੇ ਇਹ ਹਜ਼ਾਰਾਂ ਹੀ ਨੇ ਜਿਨ੍ਹਾਂ ਭਰਮਾਂ ਦੇ ਵਿੱਚ ਲੋਕ ਪਏ ਨੇ। ਕਹਿੰਦੇ ਉਹਨਾਂ ਦੀ ਹਾਲਤ ਉਸ ਵੇਸ਼ਵਾ ਵਰਗੀ ਹੈ ਜਿਹੜੀ ਸੁਹਾਗਣ ਨਹੀਂ ਹੈ। ਜਿਹੜੇ ਇਹਨਾਂ ਹਜ਼ਾਰਾਂ ਭਰਮਾਂ ਵਿੱਚ ਪਏ ਨੇ ਨਾ, ਉਹ ਭਾਈ ਸਾਹਿਬ ਜੀ ਕਹਿੰਦੇ ਵੇਸ਼ਵਾ ਦੀ ਨਿਆਈ ਹਨ। ਇੱਕ ਨੂੰ ਨਹੀਂ ਨਾ ਮੰਨਦੇ, ਇੱਕ ਪਰਮਾਤਮਾ ਨੂੰ, ਇੱਕ ਨਾਮ ਨਹੀਂ ਜਪਦੇ, ਇੱਕ ਦੇ ਚਰਨਾਂ ਨਾਲ ਨਹੀਂ ਜੁੜੇ, ਹਜ਼ਾਰਾਂ ਭਰਮ ਭੁਲੇਖਿਆਂ ਵਿੱਚ ਪਏ ਹੈ। ਗੁਰਮੁਖ ਸੁਖ ਫਲ ਪਾਰੇ ਉਤਾਰਾ। ਜਿਹੜੇ ਗੁਰਮੁਖ ਨੇ ਉਹ ਇਹ ਸਾਰੇ ਸੰਸੇ ਭਰਮ ਸ਼ਗਨ ਅਪਸ਼ਗਨ ਇਹਨਾਂ ਗੱਲਾਂ ਨੂੰ ਦੂਰ ਕਰ ਦਿੰਦੇ ਆ ਆਪਣੇ ਜੀਵਨ ਵਿੱਚ। ਇਹਨਾਂ ਤੋਂ ਅੱਗੇ ਲੰਘ ਕੇ ਇੱਕ ਪਰਮਾਤਮਾ 'ਤੇ ਭਰੋਸਾ ਰੱਖਦੇ ਹੈ। ਇਸੇ ਕਰਕੇ ਉਹਨਾਂ ਨੂੰ ਸੁਖ ਫਲ ਦੀ ਪ੍ਰਾਪਤੀ ਹੁੰਦੀ ਹੈ, ਜਿਸ ਕਰਕੇ ਉਹ ਗੁਰਮੁਖ ਪਿਆਰੇ ਸੰਸਾਰ ਸਾਗਰ ਤੋਂ ਪਾਰ ਹੋ ਜਾਂਦੇ ਹੈ, ਸੰਸਾਰ ਤੋਂ ਉਹ ਮੁਕਤ ਹੋ ਜਾਂਦੇ ਹੈ। ਸੋ ਇਸ ਪੌੜੀ ਦੇ ਵਿੱਚ ਸਾਰੇ ਭਰਮ ਭੁਲੇਖੇ ਛੱਡ ਕੇ ਗੁਰਮੁਖ ਬਣ ਕੇ ਇੱਕ ਪਰਮਾਤਮਾ ਦਾ ਨਾਮ ਜਪਣ ਦਾ ਉਪਦੇਸ਼ ਦਿੱਤਾ ਹੈ ਭਾਈ ਸਾਹਿਬ ਨੇ। ਹੁਣ ਅਗਲੀ ਪੌੜੀ ਦੇ ਵਿੱਚ ਸਾਨੂੰ ਸਮਝਾਉਂਦੇ ਹੈ ਵੀ ਜਿਹੜਾ ਗੁਰਮੁਖਾਂ ਦਾ ਮਾਰਗ ਹੈ ਨਾ, ਉਹਦੀ ਬਹੁਤ ਵੱਡੀ ਮਹਾਨਤਾ ਹੈ। ਨਦੀਆ ਨਾਲੇ ਵਾਹੜੇ ਗੰਗ ਸੰਗ ਗੰਗੋਦਕ ਹੋਈ। ਭਾਈ ਗੁਰਦਾਸ ਜੀ ਸਤ ਸੰਗਤ, ਗੁਰੂ ਦੀ ਸੰਗਤ, ਗੁਰਮੁਖਾਂ ਦੀ ਸੰਗਤ ਦੀ ਮਹਾਨਤਾ, ਗੁਰਮੁਖ ਮਾਰਗ ਦੀ ਮਹਾਨਤਾ ਦੱਸਦੇ ਹੈ। ਨਦੀਆਂ ਨਾਲੇ ਵਾਹੜੇ, ਨਦੀਆਂ ਨਾਲੇ ਅਤੇ ਵਾਹੜੇ ਜਿਹੜੇ ਬਰਸਾਤੀ ਨਾਲੇ ਹੈ। ਗੰਗ ਸੰਗ ਗੰਗੋਦਕ ਹੋਈ, ਇਹ ਜਦੋਂ ਗੰਗਾ ਦੇ ਨਾਲ ਮਿਲਦੇ ਆ ਨਾ ਤਾਂ ਗੰਗਾ ਦਾ ਹੀ ਰੂਪ ਹੋ ਜਾਂਦੇ ਆ। ਜਦੋਂ ਨਾਲੇ ਜਾਂ ਹੋਰ ਨਦੀਆਂ ਗੰਗਾ ਦੇ ਵਿੱਚ ਪ੍ਰਵੇਸ਼ ਕਰ ਜਾਂਦੀਆਂ ਨੇ, ਫਿਰ ਉਹ ਗੰਗਾ ਦਾ ਹੀ ਉਦਕ, ਗੰਗਾ ਦਾ ਪਾਣੀ ਭਾਵ ਗੰਗਾ ਦਾ ਰੂਪ ਹੋ ਜਾਂਦੀਆਂ ਨੇ। ਪਿੱਛੋਂ ਭਾਵੇਂ ਉਹਨਾਂ ਦੀ ਹੋਂਦ ਵੱਖਰੀ ਹੋਵੇ, ਉਹਦਾ ਨਾਂ ਵੱਖਰਾ ਹੋਵੇ, ਪਰ ਜਦੋਂ ਉਹ ਨਦੀ ਨਾਲਾ ਵਾਹੜਾ ਗੰਗਾ ਦੇ ਵਿੱਚ ਮਿਲ ਗਿਆ, ਫਿਰ ਗੰਗਾ ਦਾ ਹੀ ਰੂਪ ਹੋ ਜਾਂਦਾ, ਉੱਥੇ ਉਹਦਾ ਨਾਮ ਵੀ ਗੰਗਾ ਹੀ ਹੁੰਦਾ ਹੈ। ਸੋ ਇਸੇ ਤਰ੍ਹਾਂ ਜਿਹੜੇ ਗੁਰੂ ਦੀ ਸੰਗਤ ਵਿੱਚ ਮਿਲਦੇ ਹੈ, ਗੁਰਮੁਖ ਮਾਰਗ ਨੂੰ ਧਾਰਨ ਕਰਦੇ ਹੈ, ਕੋਈ ਵੀ ਹੋਵੇ ਉਹ ਗੁਰਮੁਖ ਬਣ ਜਾਂਦਾ ਹੈ। ਕਿਸੇ ਜਾਤ ਦਾ ਹੋਵੇ, ਕਿਸੇ ਮਜ਼ਹਬ ਦਾ ਹੋਵੇ, ਉਹ ਗੁਰੂ ਦੀ ਸੰਗਤ ਦੇ ਵਿੱਚ ਗੁਰਮੁਖ ਬਣ ਜਾਂਦਾ ਹੈ, ਉਹ ਗੁਰਮੁਖ ਹੁੰਦਾ। ਉੱਥੇ ਜਾਤਾਂ ਪਾਤਾਂ ਜਿਵੇਂ ਗੰਗਾ ਵਿੱਚ ਮਿਲ ਕੇ ਬਾਕੀ ਨਦੀਆਂ ਨਾਲਿਆਂ ਦੇ ਨਾਂ ਸਾਰੇ ਮਿਟ ਜਾਂਦੇ ਹੈ, ਹਸਤੀ ਉਹਨਾਂ ਦੀ ਖਤਮ। ਇਸੇ ਤਰ੍ਹਾਂ ਸਤ ਸੰਗਤ ਵਿੱਚ ਮਿਲ ਕੇ ਗੁਰਮੁਖ ਬਣ ਜਾਂਦੇ ਹੈ। ਭਗਤ ਕਬੀਰ ਜੀ ਦਾ ਇੱਕ ਭੈਰੋਂ ਰਾਗ ਦੇ ਵਿੱਚ ਅਸੀਂ ਸਾਰੇ ਸ਼ਬਦ ਪੜ੍ਹਦੇ ਹਾਂ।
ਲੋਕਾਂ ਨੇ ਭਗਤ ਕਬੀਰ ਜੀ ਨੂੰ ਰੱਬ ਦੇ ਪਿਆਰਿਆਂ ਦੀ ਸੰਗਤ ਕਰਨ ਕਰਕੇ ਕਿਹਾ ਇਹ ਵਿਗੜ ਗਿਆ ਹੈ। ਤੇ ਬਾਬਾ ਕਬੀਰ ਜੀ ਕਹਿੰਦੇ ਠੀਕ ਹੈ, ਜੇ ਮੈਂ ਵਿਗੜ ਗਿਆ ਹਾਂ ਤੁਹਾਡੀਆਂ ਨਜ਼ਰਾਂ ਵਿੱਚ ਤੇ ਫਿਰ ਮੈਂ ਵਿਗੜਿਆ ਹੀ ਚੰਗਾ ਹਾਂ। ਕਹਿੰਦੇ ਵੇਖੋ, ਗੰਗਾ ਕੈ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਏ ਨਿਬਰੀ। ਬਿਗੜਿਓ ਕਬੀਰਾ RAM ਦੁਹਾਈ, ਸਾਚ ਭਇਓ ਅਨਕਤ ਹੈ ਨਾ ਜਾਈ ਰਹਾਓ। ਬਾਬਾ ਕਬੀਰ ਜੀ ਕਹਿੰਦੇ ਆ, ਦੁਨੀਆ ਦੇ ਲੋਕੋ, ਗੰਗਾ ਕੈ ਸੰਗ ਸਲਤਾ ਬਿਗਰੀ। ਕਹਿੰਦੇ ਗੰਗਾ ਦੀ ਸੰਗਤ ਕੀਤੀ ਕਿਸੇ ਹੋਰ ਨਦੀ ਨੇ ਤੇ ਉਹ ਨਦੀ ਵਿਗੜ ਗਈ। ਸੋ ਸਲਤਾ ਗੰਗਾ ਹੋਏ ਨਿਬਰੀ। ਕਹਿੰਦੇ ਜਦੋਂ ਉਹ ਨਦੀ ਵਿਗੜੀ ਤੇ ਕੀ ਬਣਿਆ? ਕਹਿੰਦੇ ਉਹ ਵੀ ਗੰਗਾ ਹੀ ਬਣ ਗਈ। ਗੰਗਾ ਦੀ ਸੰਗਤ ਕਰਕੇ ਹੋਰ ਨਦੀ ਵਿਗੜ ਕੇ ਉਹ ਗੰਗਾ ਹੀ ਬਣ ਗਈ, ਗੰਗਾ ਦਾ ਰੂਪ ਹੋ ਗਈ। ਬਿਗੜਿਓ ਕਬੀਰਾ RAM ਦੁਹਾਈ। ਕਹਿੰਦੇ ਪਰਮਾਤਮਾ ਦਾ ਸਿਮਰਨ ਕਰਕੇ ਮੈਂ ਕਬੀਰ ਵਿਗੜ ਗਿਆ ਹਾਂ। ਸਾਚ ਭਇਓ ਅਨਕਤ ਹੈ ਨਾ ਜਾਈ। ਹੁਣ ਮੈਂ ਸੱਚਾ ਪਰਮਾਤਮਾ ਉਹਦਾ ਰੂਪ ਹੋ ਗਿਆ ਹਾਂ। ਹੁਣ ਪ੍ਰਭੂ ਨੂੰ ਛੱਡ ਕੇ ਮੈਂ ਕਿਤੇ ਹੋਰ ਨਹੀਂ ਜਾ ਸਕਦਾ, ਕਿਤੇ ਨਹੀਂ ਜਾਂਦਾ। ਵਿਸ਼ਰਾਮ ਦੇ ਕੇ ਅੱਗੇ ਫਰਮਾਉਂਦੇ ਹੈ, ਚੰਦਨ ਕੈ ਸੰਗ ਤਰਵਰ ਬਿਗਰਿਓ, ਸੋ ਤਰਵਰ ਚੰਦਨ ਹੋਏ ਨਿਬਰਿਓ। ਬਾਬਾ ਕਬੀਰ ਜੀ ਕਹਿੰਦੇ ਵੇਖੋ, ਚੰਦਨ ਦੀ ਸੰਗਤ ਕੀਤੀ ਕਿਸੇ ਹੋਰ ਰੁੱਖ ਨੇ, ਕਹਿੰਦੇ ਉਹ ਵੀ ਵਿਗੜ ਗਿਆ। ਚੰਦਨ ਦੀ ਸੰਗਤ ਕਰਨ ਵਾਲਾ ਜਿਹੜਾ ਰੁੱਖ ਸੀ, ਸੋ ਤਰਵਰ ਚੰਦਨ ਹੋਏ ਨਿਬਰਿਓ। ਉਹ ਵੀ ਚੰਦਨ ਵਰਗਾ ਹੀ ਹੋ ਕੇ ਨਿਬੜਿਆ, ਉਹ ਵੀ ਚੰਦਨ ਬਣ ਗਿਆ। ਜਿਵੇਂ ਚੰਦਨ ਵਿੱਚੋਂ ਖੁਸ਼ਬੂ ਆਉਂਦੀ ਹੈ, ਉਹਦੇ ਵਿੱਚੋਂ ਵੀ ਖੁਸ਼ਬੂ ਆਉਣ ਲੱਗ ਪਈ ਹੈ। ਪਾਰਸ ਕੈ ਸੰਗ ਤਾਂਬਾ ਬਿਗਰਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ। ਬਾਬਾ ਕਬੀਰ ਜੀ ਕਹਿੰਦੇ ਹੋਰ ਸੁਣੋ, ਕਹਿੰਦੇ ਪਾਰਸ ਦੀ ਸੰਗਤ ਕੀਤੀ ਤਾਂਬੇ ਨੇ ਤੇ ਉਹ ਤਾਂਬਾ ਵਿਗੜ ਗਿਆ। ਕੀ ਬਣਿਆ? ਕੰਚਨ, ਸੋਨਾ ਬਣ ਗਿਆ। ਬਾਬਾ ਕਬੀਰ ਜੀ ਕਹਿੰਦੇ ਦੁਨੀਆ ਦੇ ਲੋਕੋ, ਤੁਸੀਂ ਮੈਨੂੰ ਕਹਿੰਦੇ ਹੋ ਵੀ ਮੈਂ ਸਾਧੂਆਂ ਸਤਪੁਰਸ਼ਾਂ ਦੀ ਸੰਗਤ ਕਰਕੇ ਵਿਗੜ ਗਿਆ ਹਾਂ। ਕਹਿੰਦੇ ਜੇ ਇਹਨੂੰ ਵਿਗੜਨਾ ਤੁਸੀਂ ਕਹਿੰਦੇ ਹੋ ਤੇ ਚੰਗੀ ਗੱਲ, ਮੁੱਲ ਵਧੇਰੇ ਪੈਂਦਾ। ਗੰਗਾ ਦੀ ਸੰਗਤ ਕਰਕੇ ਨਦੀ ਵਿਗੜ ਕੇ ਗੰਗਾ ਬਣ ਗਈ। ਚੰਦਨ ਦੀ ਸੰਗਤ ਕਰਕੇ ਹੋਰ ਰੁੱਖ ਜਿਹਦਾ ਕੋਈ ਮੁੱਲ ਨਹੀਂ ਸੀ, ਸਿੰਬਲ ਵਰਗਾ, ਉਹ ਵੀ ਚੰਦਨ ਬਣ ਗਿਆ। ਪਾਰਸ ਦੀ ਸੰਗਤ ਕਰਕੇ ਤਾਂਬਾ ਸੋਨਾ ਬਣ ਗਿਆ। ਤਾਂਬੇ ਦਾ ਮੁੱਲ ਵੱਧ ਹੈ ਕਿ ਸੋਨੇ ਦਾ? ਸੋਨੇ ਦੀ ਕਦਰ ਜ਼ਿਆਦਾ ਨਾ। ਕਹਿੰਦੇ ਜੇ ਇਹ ਵਿਗੜਨਾ ਹੈ, ਬਾਬਾ ਕਬੀਰ ਜੀ ਕਹਿੰਦੇ ਸੰਤਨ ਸੰਗ ਕਬੀਰਾ ਬਿਗਰਿਓ, ਸੋ ਕਬੀਰ ਰਾਮੈ ਹੋਏ ਨਿਬਰਿਓ। ਪਰਮਾਤਮਾ ਦੇ ਪਿਆਰੇ ਸੰਤ ਜਨਾਂ ਦੀ ਸੰਗਤ ਕਰਦਿਆਂ ਹੋਇਆਂ ਕਹਿੰਦੇ ਹੁਣ ਕਬੀਰ ਵਿਗੜ ਗਿਆ ਹੈ, ਪਰ ਵਿਗੜਿਆ ਕੈਸਾ? ਸੋ ਕਬੀਰ ਰਾਮੈ ਹੋਏ ਨਿਬਰਿਓ। ਕਹਿੰਦੇ ਉਹ ਕਬੀਰ ਰਾਮ ਦਾ ਰੂਪ ਹੋ ਗਿਆ। ਰਾਮ ਕਬੀਰਾ ਏਕ ਭਏ ਹੈ, ਕੋਏ ਨਾ ਸਕੈ ਪਛਾਨੀ। ਦੁਨੀਆ ਦੇ ਲੋਕ ਪ੍ਰਭੂ ਭਗਤੀ ਦੇ ਮਾਰਗ ਦੇ ਉੱਤੇ ਚੱਲਦੇ ਹੋਏ ਲੋਕਾਂ ਨੂੰ ਕਹਿੰਦੇ ਇਹ ਵਿਗੜਿਆ ਹੋਇਆ ਹੈ, ਇਹਨੂੰ ਪਤਾ ਨਹੀਂ ਹੈ। ਭਗਤ ਕਬੀਰ ਜੀ ਕਹਿੰਦੇ ਮੈਨੂੰ ਵਿਗੜਿਆ ਹੀ ਚੰਗਾ ਰਹਿਣ ਦਿਓ, ਮੈਂ ਪਰਮਾਤਮਾ ਦੇ ਪਿਆਰਿਆਂ ਦੀ ਸੰਗਤ ਕਰਦਾ ਹੀ ਚੰਗਾ ਹਾਂ। ਸੋ ਭਾਈ ਗੁਰਦਾਸ ਜੀ ਇਸ ਪੌੜੀ ਵਿੱਚ ਬਖਸ਼ਿਸ਼ ਕਰ ਰਹੇ ਨੇ, ਨਦੀਆਂ ਨਾਲੇ ਵਾਹੜੇ ਗੰਗ ਸੰਗ ਗੰਗੋਦਕ ਹੋਈ। ਨਦੀਆਂ ਨਾਲੇ, ਬਰਸਾਤੀ ਨਾਲੇ ਗੰਗਾ ਦੇ ਨਾਲ ਮਿਲ ਕੇ ਗੰਗਾ ਦਾ ਰੂਪ ਹੋ ਜਾਂਦੇ ਹੈ। ਇਸੇ ਤਰ੍ਹਾਂ ਗੁਰਮੁਖ ਪਿਆਰੇ ਜਿਹੜੇ ਹੈ ਨਾ, ਸਤ ਸੰਗਤ ਦੇ ਨਾਲ ਮਿਲ ਕੇ ਉਹ ਫਿਰ ਗੁਰਮੁਖ ਬਣ ਜਾਂਦੇ ਹੈ। ਸਤ ਸੰਗਤ ਦੇ ਵਿੱਚੋਂ ਸ਼ੁਭ ਗੁਣਾਂ ਨੂੰ ਧਾਰਨ ਕਰਦੇ ਹੈ। ਅਸ਼ਟ ਧਾਤ ਇੱਕ ਧਾਤ ਹੋਏ, ਪਾਰਸ ਪਰਸੈ ਕੰਚਨ ਸੋਈ। 8 ਧਾਤਾਂ ਜਿਹੜੀਆਂ ਉਹ ਇੱਕ ਧਾਤ ਹੋ ਜਾਂਦੀ ਹੈ। ਕਦੋਂ? ਪਾਰਸ ਪਰਸੈ, ਜਦੋਂ ਉਹ 8 ਧਾਤਾਂ ਪਾਰਸ ਦੇ ਨਾਲ ਸਪਰਸ਼ ਕਰ ਜਾਂਦੀਆਂ ਨੇ, ਫਿਰ ਉਹ ਸੋਨਾ ਬਣ ਜਾਂਦੀਆਂ ਨੇ। ਇਸੇ ਤਰ੍ਹਾਂ 4 ਵਰਣ ਨੇ, ਖੱਤਰੀ ਬ੍ਰਾਹਮਣ ਵੈਸ਼ ਸ਼ੂਦਰ, 4 ਹੀ ਮਜ਼ਹਬ ਨੇ, ਸ਼ੀਆ ਸੁੰਨੀ ਰਾਫਜੀ ਇਮਾਮ ਸਾਫੀ। ਜਦੋਂ ਇਹ
ਗੁਰੂ ਦੀ ਸੰਗਤ ਵਿੱਚ ਆ ਕੇ ਸਿੱਖੀ ਨੂੰ ਧਾਰਨ ਕਰ ਲੈਂਦੇ, ਫਿਰ ਗੁਰਮੁਖ ਬਣ ਜਾਂਦੇ ਹੈ। ਬਾਕੀ ਸਾਰਾ ਕੁਝ ਖਤਮ ਹੋ ਜਾਂਦਾ ਹੈ। ਜਿਵੇਂ ਪਾਰਸ ਦੇ ਨਾਲ ਪਰਸ ਕੇ 8 ਧਾਤਾਂ ਸੋਨਾ ਹੋ ਜਾਂਦੀਆਂ ਨੇ। ਚੰਦਨ ਵਾਸ ਵਣਾਸਪਤ, ਅਫਲ ਸਫਲ ਕਰ ਚੰਦਨ ਗੋਈ। ਭਾਈ ਸਾਹਿਬ ਜੀ ਕਹਿੰਦੇ ਹੋਰ ਸੁਣੋ, ਚੰਦਨ ਵਾਸ ਵਣਾਸਪਤ। ਚੰਦਨ ਆਪਣੇ ਜੋ ਵੀ ਨੇੜੇ ਬਨਸਪਤੀ ਹੋਵੇ, ਭਾਵੇਂ ਉਹ ਫਲ ਦੇਣ ਵਾਲੀ ਹੋਵੇ, ਭਾਵੇਂ ਨਾ ਫਲ ਦੇਣ ਵਾਲੀ ਹੋਵੇ, ਫਲ ਤੋਂ ਬਗੈਰ ਹੋਵੇ, ਉਹ ਉਸ ਨੂੰ ਚੰਦਨ ਦੀ ਖੁਸ਼ਬੂ ਵਾਲੀ ਬਣਾ ਦਿੰਦਾ ਹੈ। ਕਈ ਰੁੱਖ ਇਹੋ ਜਿਹੇ ਜਿਨ੍ਹਾਂ ਨੂੰ ਫਲ ਨਹੀਂ ਲੱਗਦਾ, ਸਿਰਫ ਲੱਕੜੀ ਕੰਮ ਆਉਂਦੀ ਹੈ, ਕਈ ਫਲਦਾਰ ਨੇ। ਭਾਈ ਗੁਰਦਾਸ ਜੀ ਕਹਿੰਦੇ ਭਾਵੇਂ ਫਲ ਵਾਲੇ ਹੋਣ, ਭਾਵੇਂ ਬਗੈਰ ਫਲ ਦੇ, ਚੰਦਨ ਦੇ ਨੇੜੇ ਜਿਹੜਾ ਹੈ ਉਹਨੂੰ ਚੰਦਨ ਹੀ ਬਣਾ ਦਿੰਦਾ ਹੈ। ਸੋ ਜਿਹੜਾ ਗੁਰੂ ਦੇ ਨੇੜੇ ਆ ਗਿਆ, ਗੁਰੂ ਦੀ ਸੰਗਤ ਕਰ ਲਈ, ਉਹ ਫਿਰ ਗੁਰੂ ਦੇ ਪਾਸੋਂ ਸ਼ੁਭ ਗੁਣਾਂ ਨੂੰ ਧਾਰਨ ਕਰਕੇ ਭਗਤੀ ਦੀ ਖੁਸ਼ਬੂ ਉਹਦੇ ਵਿੱਚੋਂ ਆਉਣ ਲੱਗ ਪੈਂਦੀ ਹੈ। ਜਿਵੇਂ ਚੰਦਨ ਦੀ ਸੰਗਤ ਕਰਕੇ ਹੋਰਾਂ ਦੇ ਵਿੱਚੋਂ ਚੰਦਨ ਦੀ ਖੁਸ਼ਬੂ ਆਉਂਦੀ ਹੈ। ਛੇ ਰੁੱਤ ਬਾਰਹਿ ਮਾਹ ਕਰ, ਸੁਝੈ ਸੁਝ ਨ ਦੂਜਾ ਕੋਈ। ਗੁਰਮੁਖਾਂ ਨੂੰ ਇੱਕ ਪਰਮਾਤਮਾ ਹੀ ਸਾਰੇ ਪਾਸੇ ਨਜ਼ਰ ਆਉਂਦਾ ਹੈ। 6 ਰੁੱਤਾਂ ਨੇ ਅਤੇ 12 ਮਾਹ ਕਰ, 12 ਮਹੀਨੇ ਜਿਹੜੇ ਇਹ ਕੀਤੇ ਬਣਾਏ ਹੋਏ ਨੇ। 6 ਰੁੱਤਾਂ ਅਤੇ 12 ਮਹੀਨਿਆਂ ਦੇ ਵਿੱਚ ਇੱਕ ਸੂਰਜ ਤੋਂ ਬਿਨਾਂ ਹੋਰ ਕੋਈ ਦੂਜਾ ਸੂਰਜ ਸੁੱਝਦਾ ਨਹੀਂ ਹੈ, ਦਿਸਦਾ ਨਹੀਂ ਹੈ। ਹਰ ਰੁੱਤ ਦੇ ਵਿੱਚ ਉਹੀ ਸੂਰਜ ਹੈ, ਹਰ ਮਹੀਨੇ ਵਿੱਚ ਉਹੀ ਸੂਰਜ ਹੈ। ਸੂਰਜ ਇੱਕੋ ਹੀ ਹੈ। ਮਹੀਨੇ ਬਦਲਦੇ ਨੇ, ਰੁੱਤਾਂ ਬਦਲਦੀਆਂ ਨੇ, ਸੂਰਜ ਕਦੇ ਨਹੀਂ ਬਦਲਦਾ। ਜਿਵੇਂ 12 ਮਹੀਨਿਆਂ ਅਤੇ 6 ਰੁੱਤਾਂ ਵਿੱਚ ਇੱਕ ਸੂਰਜ ਹੈ, ਇਸੇ ਤਰ੍ਹਾਂ ਸਾਰਿਆਂ ਦੇ ਵਿੱਚ ਇੱਕ ਪਰਮਾਤਮਾ ਹੈ। ਭਾਵੇਂ ਉਹ 12 ਜੋਗੀਆਂ ਦੇ ਪੰਥ ਹੋਣ ਔਰ 6 ਦਰਸ਼ਨਾਂ ਨੂੰ, ਉਹਨਾਂ ਦੇ ਸਿਧਾਂਤਾਂ ਨੂੰ ਮੰਨਣ ਵਾਲੇ ਹੋਣ, 6 ਸ਼ਾਸਤਰਾਂ ਦੇ, ਪਰਮਾਤਮਾ ਸਾਰਿਆਂ ਦੇ ਵਿੱਚ ਇੱਕੋ ਹੀ ਹੈ, ਇੱਕ ਦੀ ਹੀ ਜੋਤ ਹੈ। ਇਹ ਗੁਰਮੁਖਾਂ ਨੂੰ ਨਜ਼ਰ ਆਉਂਦਾ ਹੈ। 4 ਵਰਨ 6 ਦਰਸਨਾ, ਬਾਰਹਿ ਵਾਟ ਭਵੈ ਸਭ ਲੋਈ। 4 ਵਰਨ ਜਿਹੜੇ ਨੇ, ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ। 6 ਦਰਸ਼ਨਾਂ, 6 ਦਰਸ਼ਨ, 6 ਸ਼ਾਸਤਰ, ਇਹਨਾਂ ਦੇ ਸਿਧਾਂਤ ਨੂੰ ਮੰਨਣ ਵਾਲੇ ਲੋਕ। ਭਾਈ ਗੁਰਦਾਸ ਜੀ ਕਹਿੰਦੇ 12 ਵਾਟ ਅਤੇ 12 ਵਾਟ, 12 ਰਾਹ ਜਿਹੜੇ 12 ਜੋਗੀਆਂ ਦੇ ਰਸਤੇ ਨੇ, ਇਹਨਾਂ ਦੇ ਵਿੱਚ ਲੋਕ ਭਰਮ ਰਹੇ ਨੇ, ਇਹਨਾਂ ਦੇ ਵਿੱਚ ਲੋਕ ਪਏ ਹੋਏ ਨੇ। ਕੋਈ ਵਰਣ ਵੰਡ ਵਿੱਚ ਪਿਆ ਹੈ, ਕੋਈ ਸ਼ਾਸਤਰਾਂ ਦੇ ਅੱਡੋ ਅੱਡ ਸਿਧਾਂਤ ਨੂੰ ਮੰਨਦਾ ਪਿਆ ਹੈ, ਅਤੇ ਕੋਈ 12 ਰਸਤੇ ਜਿਹੜੇ ਜੋਗੀਆਂ ਦੇ, ਕਿਸੇ ਨੇ ਇੱਕ ਰਸਤਾ, ਕਿਸੇ ਨੇ ਦੂਜਾ, ਕਿਸੇ ਨੇ ਤੀਜਾ, ਇਸ ਤਰ੍ਹਾਂ ਅਪਣਾਇਆ ਹੋਇਆ ਹੈ। ਸੋ ਇਹ ਅੱਡੋ ਅੱਡ ਜਿਹੜੇ ਨੇ ਸਾਰੇ ਭਰਮ ਰਹੇ ਹੈ, ਸਾਰੀ ਲੁਕਾਈ ਭਰਮ ਰਹੀ ਹੈ। ਪਰ ਗੁਰਮੁਖ ਇਹਨਾਂ ਸਭ ਤੋਂ ਮਹਾਨ ਹੈ। ਕਿਉਂ? ਉਹਦਾ ਅੱਗੇ ਦੱਸਦੇ ਹੈ, ਗੁਰਮੁਖ ਦਰਸ਼ਨ ਸਾਧ ਸੰਗ, ਗੁਰਮੁਖ ਮਾਰਗ ਦੁਬਿਧਾ ਖੋਈ। ਗੁਰਮੁਖ ਦਾ ਜਿਹੜਾ ਦਰਸ਼ਨ ਹੈ ਨਾ, ਉਹਦਾ ਮਾਰਗ ਹੈ, ਉਹ ਹੈ ਸਾਧ ਸੰਗ, ਗੁਰੂ ਦੀ ਸੰਗਤ, ਸਾਧੂ ਜਨਾਂ ਦੀ ਸੰਗਤ, ਸਾਧ ਸੰਗ, ਗੁਰੂ ਦੀ ਸੰਗਤ। ਗੁਰਮੁਖਾਂ ਦਾ ਮਾਰਗ ਹੈ ਗੁਰੂ ਦੀ ਸੰਗਤ, ਉਹ ਗੁਰੂ ਦੀ ਸੰਗਤ ਕਰਦੇ ਹੈ। 6 ਸ਼ਾਸਤਰਾਂ ਦੇ ਸਿਧਾਂਤ ਅੱਡੋ ਅੱਡੋ ਨੇ, ਵੱਖੋ ਵੱਖਰੋ ਨੇ, ਉਹਨਾਂ ਵੱਖੋ ਵੱਖਰੇ ਸਿਧਾਂਤ ਦੇ ਵਿੱਚ ਨਹੀਂ ਪੈਂਦੇ। ਸਿਰਫ ਉਹਨਾਂ ਦਾ ਮਾਰਗ ਹੈ ਸਾਧ ਸੰਗ ਕਰਨਾ। ਗੁਰਮੁਖ ਮਾਰਗ ਦੁਬਿਧਾ ਖੋਈ, ਅਤੇ ਗੁਰਮੁਖ ਪ੍ਰੇਮਾ ਭਗਤੀ ਦੇ ਮਾਰਗ ਦੇ ਉੱਤੇ ਚੱਲਦੇ ਹੋਏ ਆਪਣੇ ਅੰਦਰੋਂ ਸਾਰੀ ਦੁਬਿਧਾ, ਦੁਐਸ਼ ਉਹ ਗਵਾ ਲੈਂਦੇ ਹੈ, ਦੂਰ ਕਰ ਦਿੰਦੇ ਹੈ। ਇੱਕ ਮਨ ਇੱਕ ਅਰਾਧਨ ਹੋਈ। ਗੁਰਮੁਖ ਇੱਕ ਮਨ ਹੋ ਕਰਕੇ ਇੱਕ ਪਰਮਾਤਮਾ ਨੂੰ ਅਰਾਧਦੇ ਹੈ, ਇੱਕ ਪਰਮਾਤਮਾ ਨੂੰ ਹੀ ਸਦਾ ਉਹ ਚੇਤੇ ਕਰਦੇ ਰਹਿੰਦੇ ਹੈ। ਹੋਰ ਕਿਸੇ ਵੀ ਭਰਮ ਜਾਲ ਦੇ ਵਿੱਚ ਜਿਹੜੇ ਗੁਰਮੁਖ ਪਿਆਰੇ ਨੇ ਨਾ, ਉਹ ਨਹੀਂ ਫਸਦੇ। ਗੁਰਮੁਖਾਂ ਦਾ ਮਾਰਗ ਬਾਕੀ ਸੰਸਾਰ ਦੇ ਲੋਕਾਂ ਦੇ ਨਾਲੋਂ ਵੱਖਰਾ ਹੈ, ਕਿਉਂਕਿ ਬਾਕੀ ਦੇਵੀ ਦੇਵਤਿਆਂ ਉਪਾਸ਼ਨਾ ਦੇ ਵਿੱਚ ਲੱਗੇ ਹੈ ਅਤੇ ਵੱਖ ਵੱਖ ਸਿਧਾਂਤ ਨੂੰ ਮੰਨਣ ਵਾਲੇ ਹੈ। ਗੁਰਮੁਖ
ਉਹ ਗੁਰੂ ਦੀ ਸੰਗਤ ਕਰਦੇ ਹੈ, ਸਤ ਸੰਗਤ ਕਰਦੇ ਹੈ ਅਤੇ ਆਪਣੇ ਜੀਵਨ ਨੂੰ ਸਫਲ ਬਣਾਉਂਦੇ ਹਨ। ਹੁਣ ਅਗਲੀ ਪੌੜੀ ਵਿੱਚ ਭਾਈ ਗੁਰਦਾਸ ਜੀ ਸਾਨੂੰ ਜਿਹੜੀਆਂ ਕੁਲ ਦੀਆਂ ਰੀਤਾਂ ਹੁੰਦੀਆਂ ਨਾ ਉਹਨਾਂ ਦਾ ਦੱਸਦੇ ਹੈ ਕਿ ਗੁਰਮੁਖ ਜਿਹੜੇ ਨੇ ਉਹ ਤਾਂ ਗੁਰੂ ਦੇ ਸ਼ਬਦ ਅਨੁਸਾਰ ਚੱਲਦੇ ਹੈ। ਨਾਨਕ ਦਾਦਕ ਸਾਹੁਰੈ ਵਿਰਤੀ ਸੁਰ ਲਾਗਾਇਤ ਹੋਏ। ਨਾਨਕ, ਨਾਨਕੇ, ਦਾਦਕੇ ਅਤੇ ਸਹੁਰੇ, ਇਹ ਜਿਹੜੀਆਂ ਤਿੰਨੇ ਕੁਲਾਂ ਨੇ। ਵਿਰਤੀ ਸੁਰ ਲਾਗਾਇਤ ਹੋਏ, ਇਹਨਾਂ ਦੇ ਵਿੱਚ ਵੱਖੋ ਵੱਖਰੇ ਵਿਰਤੀ ਸੁਰ ਪ੍ਰੋਹਤ ਅਤੇ ਲਾਗੀ ਹੁੰਦੇ ਹੈ। ਜਿਹੜੇ ਵੱਖ ਵੱਖ ਸਮੇਂ ਕੋਈ ਸੁਨੇਹਾ ਦਿੰਦਾ ਹੈ, ਕੋਈ ਪ੍ਰੋਹਤ ਦਾ ਕੰਮ ਹੁੰਦਾ ਉਹ ਪ੍ਰੋਹਤ ਵਾਲਾ ਕਰਦਾ ਹੈ, ਲਾਗੀਆਂ ਦਾ ਕੰਮ ਉਹ ਆਪਣਾ ਕਰਦੇ ਹੈ। ਸੋ ਨਾਨਕੇ, ਦਾਦਕੇ ਅਤੇ ਸਹੁਰੇ, ਇਹਨਾਂ ਤਿੰਨਾਂ ਹੀ ਕੁਲਾਂ ਦੇ ਵਿੱਚ ਪ੍ਰੋਹਤ ਅਤੇ ਲਾਗੀ ਹੋਏ ਹੁੰਦੇ ਹੈ। ਜੰਮਣ ਭੱਦਣ ਮੰਗਣੇ, ਮਰਣੇ ਪਰਣੇ ਕਰਦੇ ਢੋਏ। ਅਤੇ ਬਹੁਤੇ ਲੋਕ ਨੇ ਜਿਹੜੇ ਗੁਰਮਤਿ ਦੇ ਸਿਧਾਂਤ ਨੂੰ ਛੱਡ ਕੇ, ਭਾਈ ਗੁਰਦਾਸ ਜੀ ਕਹਿੰਦੇ ਜੰਮਣ ਵੇਲੇ ਅਤੇ ਫਿਰ ਭੱਦਣ, ਕਈ ਮੁੰਡਨ ਕਰਾਉਂਦੇ ਆ। ਇਹ ਹਿੰਦੂ ਧਰਮ ਦੀ ਉਹਨਾਂ ਦੀ ਮਰਿਆਦਾ ਹੈ ਮੁੰਡਨ ਕਰਾਉਣ ਦੀ, ਸਿੱਖੀ ਦੀ ਨਹੀਂ। ਕਈ ਆਪਣੇ ਸਿੱਖਾਂ ਵਿੱਚ ਵੀ ਮੁੰਡਨ ਕਰਾਉਂਦੇ ਆ ਬੱਚੇ ਦਾ, ਉਹਦੇ ਵਾਲ ਜਿਹੜੇ ਆ ਨਾ ਸਿਰ ਦੇ ਜਨਮ ਤੋਂ ਕੁਝ ਸਮੇਂ ਬਾਅਦ ਉਹ ਸਮਾਂ ਨਿਯਤ ਕਰਕੇ ਲਾਹ ਦਿੰਦੇ ਹੈ, ਭੱਦਣ ਕਰਾਉਂਦੇ ਹੈ। ਸਤਿਗੁਰੂ ਨੇ ਤਾਂ ਸਾਨੂੰ ਇਹਨਾਂ ਗੱਲਾਂ ਤੋਂ ਵਰਜਿਆ ਹੈ। ਭਾਈ ਸਾਹਿਬ ਜੀ ਕਹਿੰਦੇ ਵੇਖੋ ਲੋਕ ਇਹਨਾਂ ਭਰਮਾਂ 'ਚ ਪਏ ਨੇ। ਜੰਮਣ ਵੇਲੇ, ਫਿਰ ਭੱਦਣ ਵੇਲੇ ਅਤੇ ਮੰਗਣੇ, ਜਦੋਂ ਕੁੜਮਾਈ ਹੁੰਦੀ ਹੈ, ਰਿਸ਼ਤਾ ਹੁੰਦਾ ਹੈ। ਮਰਣੇ ਪਰਣੇ, ਮਰਨ ਵੇਲੇ ਅਤੇ ਪਰਣੇ ਵਿਆਹ ਵੇਲੇ ਕਰਦੇ ਢੋਏ। ਇਹ ਫਿਰ ਨਾ ਮਿਲਾਪ ਕਰਦੇ ਹੈ। ਪ੍ਰੋਹਤ, ਲਾਗੀ, ਇਹ ਇਹਨਾਂ ਸਮਿਆਂ ਦੇ ਉੱਤੇ ਉਹ ਕਈਆਂ ਨੂੰ ਸੁਨੇਹਾ ਦਿੰਦੇ ਹੈ, ਮਿਲਾਪ ਕਰਾਉਂਦੇ ਹੈ, ਜਾਂ ਕਈ ਤਰ੍ਹਾਂ ਦੀ ਸਮੱਗਰੀ ਜਿਹੜੀ ਹੈ ਉਹ ਢੋਏ ਇਕੱਤਰ ਕਰਦੇ ਹੈ। ਰੀਤੀ ਰੂੜੀ ਕੁਲ ਧਰਮ, ਚੱਜ ਅਚਾਰ ਵਿਚਾਰ ਵਿਖੋਏ। ਸੋ ਲੋਕ ਜਿਹੜੇ ਨੇ ਨਾ ਉਹਨਾਂ ਦੀ ਕੁਲ ਦੇ ਜਿਹੜੇ ਧਰਮ, ਕੁਲ ਦੀਆਂ ਰੀਤੀਆਂ, ਕੋਈ ਕਹਿੰਦਾ ਸਾਡੀ ਕੁਲ ਦੀ ਰੀਤੀ ਰੂੜੀ ਬਹੁਤ ਸੁੰਦਰ ਹੈ, ਬੜੀ ਚੰਗੀ ਹੈ, ਫਲਾਣੇ ਦੀ ਕੁਲ ਦੀ ਜਿਹੜੀ ਰੀਤ ਹੈ ਉਹ ਚੰਗੀ ਨਹੀਂ, ਉਹਨਾਂ ਵਿੱਚ ਇੱਦਾਂ ਹੁੰਦਾ ਹੈ। ਵਿਆਹਾਂ ਸ਼ਾਦੀਆਂ 'ਤੇ ਤੁਸੀਂ ਵੇਖ ਲਓ, ਕਿਸੇ ਇਲਾਕੇ ਦੀ ਕੋਈ ਰੀਤ ਹੈ, ਕਿਸੇ ਇਲਾਕੇ ਦੀ ਕੋਈ ਰੀਤ ਹੈ। ਭਾਵੇਂ ਸਿੱਖ ਹੀ ਨੇ ਨਾ, ਵਿਆਹ ਸ਼ਾਦੀਆਂ ਹੁੰਦੀਆਂ ਨੇ, ਮਾਲਵੇ ਵਿੱਚ ਇੱਦਾਂ ਕਰਦੇ ਆ ਜੀ, ਦੁਆਬੇ ਵਿੱਚ ਉੱਥੇ ਇੱਦਾਂ ਹੁੰਦਾ ਹੈ, ਮਾਝੇ 'ਚ ਉੱਥੇ ਇੱਦਾਂ ਹੁੰਦਾ ਹੈ, ਔਰ ਅੱਡੋ ਅੱਡ ਨੇ। ਪਰ ਸਾਡਾ ਸਿਧਾਂਤ ਇੱਕ ਹੈ। 4 ਲਾਵਾਂ ਦੇ ਜਾਪ ਹੁੰਦੇ ਨੇ, ਪੱਲੇ ਦੀ ਪਹਿਲਾਂ ਰਸਮ ਹੁੰਦੀ ਹੈ, 4 ਪ੍ਰਕਰਮਾਂ ਹੁੰਦੀਆਂ ਨੇ, ਗੁਰੂ ਚਰਨਾਂ 'ਚ ਅਰਦਾਸ ਹੁੰਦੀ ਹੈ, ਆਨੰਦ ਕਾਰਜ ਹੋ ਗਿਆ। ਬਾਕੀ ਜੋ ਕੁਝ ਹੁੰਦਾ ਉਹ ਸਾਰਾ ਕੁਝ ਵਾਧੂ ਦਾ ਹੀ ਹੈ। ਉਹ ਜਿੰਨਾ ਮਰਜ਼ੀ ਵਧਾਈ ਜਾਓ, ਘਟਾਈ ਜਾਓ, ਉਹ ਤਾਂ ਵੱਖੋ ਵੱਖਰੇ ਸਮੇਂ ਦੇ ਨਾਲ ਲੋਕ ਬਣਾਈ ਜਾਂਦੇ ਨੇ, ਉਹ ਰੀਤਾਂ ਰਿਵਾਜ ਮਿਟਾਈ ਜਾਂਦੇ ਨੇ। ਗੁਰਮਤਿ ਦਾ ਸਿਧਾਂਤ ਇੱਕ ਹੈ, ਇੱਕ ਸੀ ਅਤੇ ਇੱਕੋ ਹੀ ਰਹੇਗਾ। ਸੋ ਮਹਾਰਾਜ ਨੇ ਜਿਹੜਾ ਬਖਸ਼ਿਆ ਹੈ, ਭਾਈ ਸਾਹਿਬ ਜੀ ਕਹਿੰਦੇ ਵੇਖੋ ਕਈ ਕੁਲ ਦੇ ਜਿਹੜੇ ਧਰਮ ਨੇ ਉਹਨਾਂ ਰੀਤੀਆਂ ਨੂੰ, ਰਸਮਾਂ ਨੂੰ ਕੋਈ ਚੰਗਾ ਕਹਿੰਦਾ ਹੈ, ਕੋਈ ਕਹਿੰਦਾ ਫਲਾਣੇ ਦੀ ਕੁਲ ਦੀ ਰੀਤ ਮਾੜੀ, ਸਾਡੀ ਕੁਲ ਦੇ ਵਿੱਚ ਇਸ ਤਰ੍ਹਾਂ ਇਹ ਚੰਗਾ ਹੈ। ਚੱਜ ਅਚਾਰ ਵਿਚਾਰ ਵਿਖੋਏ, ਚੱਜ ਢੰਗ ਅਤੇ ਅਚਾਰ ਕਰਤੱਵ, ਸੋ ਇਹਨਾਂ ਦੀ ਵਿਚਾਰ ਦੇ ਵਿੱਚ ਜਿਹੜੇ ਹੈ ਭੁੱਲੇ ਫਿਰਦੇ ਹੈ। ਕਰ ਕਰਤੂਤ ਕਸੂਤ ਵਿੱਚ ਪਾਏ ਦੁਲੀਚੇ ਗੈਣ ਚੰਦੋਏ। ਇਸੇ ਤਰ੍ਹਾਂ ਸਨਾਤਨ ਮਤ ਵਿੱਚ ਕਈ ਕਸੂਤ, ਜਨੇਊ ਪਾਉਣ ਵੇਲੇ, ਸੂਤਕ ਇਤਿਆਦਿਕ ਵੇਲੇ ਕਈ ਤਰ੍ਹਾਂ ਦੇ ਜਿਹੜੇ ਕਰਮ ਨੇ ਉਹ ਕਰਦੇ ਨੇ। ਕਿਸੇ ਵੇਲੇ ਕੋਈ ਥੱਲੇ ਗਲੀਚੇ ਵਿਛਾਏ ਹੋਏ ਹੈ, ਕਿਸੇ ਨੇ ਉੱਤੇ ਚੰਦੋਏ ਵੱਡੇ ਤਾਣੇ ਹੋਏ ਹੈ, ਜਾਂ ਕੋਈ ਕਿਸੇ ਦੇ ਮਰਨ ਤੋਂ ਬਾਅਦ ਬਾਹਰੀਆ ਤੇਰੀਆ ਕਰਦਾ ਜੀ, ਬਾਪੂ ਨੂੰ ਵੱਡਿਆਂ ਕਰਨਾ, ਜਿਉਂਦੇ ਭਾਵੇਂ ਕੋਈ ਰੋਟੀ ਨਾ ਦਿੱਤੀ ਹੋਵੇ, ਪਿਆਸਾ ਮਾਰਿਆ ਹੋਵੇ, ਬਾਅਦ ਵਿੱਚ ਇਹੋ ਜਿਹੀਆਂ ਗੱਲਾਂ ਕਰਦੇ ਹੈ। ਜੀਵਤ ਪਿਤਰ ਨਾ ਮਾਨੈ ਕਉ, ਮੂਹੇ ਸਿਰਾਧ ਕਰਾਹੀ, ਪਿਤਰ ਵੀ ਬਪਰੇ ਕਹੋ ਕਿਉ ਪਾਵਹਿ ਕਊਆ ਕੂਕਰ ਖਾਹੀ। ਮਰਨ ਤੋਂ ਬਾਅਦ ਫਿਰ ਸਰਾਧ ਕਰਦੇ ਫਿਰਦੇ ਹੈ। ਭਾਈ ਗੁਰਦਾਸ ਜੀ ਕਹਿੰਦੇ ਇਹਨਾਂ ਭੁਲੇਖਿਆਂ ਦੇ ਵਿੱਚ ਹੀ ਪਏ ਹੋਏ ਹੈ।
ਜੋਧ ਜਠੇਰੇ ਮੰਨੀਅਨ, ਸਤੀਆ ਸੌਤ ਟੋਬੜੀ ਟੋਏ। ਕੋਈ ਜਠੇਰਿਆਂ ਨੂੰ ਆਪਣੇ ਵੱਡੇ ਯੋਧੇ ਜਾਣ ਕੇ ਉਹਨਾਂ ਨੂੰ ਮੰਨਦਾ ਹੈ, ਉਹਨਾਂ ਦੀ ਮੰਨਤਾ ਕਰਦਾ ਹੈ। ਦੁਆਬੇ ਵਿੱਚ ਤੁਸੀਂ ਵੇਖੋ ਬਹੁਤ ਲੋਕ ਜਠੇਰਿਆਂ ਨੂੰ ਮੰਨਦੇ, ਮਰ ਚੁੱਕੇ ਹੈ, ਸਾਡੇ ਵੱਡੇ ਨੇ, ਜਠੇਰੇ ਨੇ। ਗੁਰੂ ਨੂੰ ਕੋਈ ਵਿਰਲਾ ਹੀ ਮੰਨਦਾ ਹੈ। ਪਰਮੇਸ਼ਰ ਨੂੰ ਮੰਨਣ ਵਾਲੇ ਘੱਟ ਨੇ, ਜਠੇਰਿਆਂ ਨੂੰ ਮੰਨਣ ਵਾਲੇ ਜ਼ਿਆਦਾ ਨੇ। ਭਾਈ ਸਾਹਿਬ ਜੀ ਕਹਿੰਦੇ ਕੋਈ ਜਠੇਰਿਆਂ ਨੂੰ ਯੋਧੇ ਜਾਣ ਕੇ ਉਹਨਾਂ ਨੂੰ ਮੰਨੀ ਜਾਂਦਾ ਹੈ, ਪੂਜਾ ਕਰਦਾ ਹੈ, ਉਹ ਸਮਾਗਮ ਕਰਾਈ ਜਾਂਦੇ ਹੈ। ਸਤੀਆ ਸੌਤ ਟੋਬੜੀ ਟੋਏ, ਕੋਈ ਸਤੀਆਂ ਨੂੰ ਉਹਨਾਂ ਨੂੰ ਮੰਨਦਾ ਹੈ, ਜਾਂ ਕੋਈ ਸਤੀਆਂ ਹੋਣ ਦੀ ਜਿਹੜੀ ਗੱਲ ਹੈ ਉਹਨੂੰ ਧਾਰਨ ਕਰੀ ਬੈਠਾ ਹੈ। ਗੁਰੂ ਅਮਰਦਾਸ ਮਹਾਰਾਜ ਨੇ ਇਹਦਾ ਬਹੁਤ ਵਿਰੋਧ ਕੀਤਾ ਸੀ, ਸਤੀ ਪ੍ਰਥਾ ਦਾ। ਫਿਰ ਹੌਲੀ ਹੌਲੀ ਇਹ ਸਾਰੀ ਸਤੀ ਪ੍ਰਥਾ ਖਤਮ ਹੋ ਗਈ। ਸੌਤ ਸੌਂਕਣਾ ਦਾ ਜੋ ਉਹਨਾਂ ਦੀ ਗੱਲਬਾਤ ਹੈ, ਸੌਂਕਣ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ, ਕਈ ਉਹ ਉਹਨਾਂ ਗੱਲਾਂ ਵਿੱਚ ਲੱਗੇ ਹੋਏ ਨੇ। ਟੋਬੜੀ ਟੋਏ, ਕਈ ਟੋਬਿਆਂ ਵਿੱਚੋਂ ਮਿੱਟੀ ਕੱਢਦੇ, ਫਲਾਣੇ ਥਾਂ ਜਾਣਾ ਜੀ ਮਿੱਟੀ ਕੱਢ ਕੇ ਆਉਣੀ ਹੈ। ਕਈ ਟੋਏ ਪੁੱਟਦੇ, ਫਲਾਣੇ ਥਾਂ ਜਾਣਾ ਟੋਆ ਪੱਟ ਕੇ। ਇੱਧਰ ਵੀ ਵੱਖ ਵੱਖ ਥਾਵਾਂ 'ਤੇ ਲੋਕ ਜਾਂਦੇ ਹੈ, ਮਿੱਟੀ ਕੱਢ ਕੇ ਆਉਂਦੇ। ਭਾਈ ਸਾਹਿਬ ਜੀ ਕਹਿੰਦੇ ਇੰਨੇ ਭਰਮ ਭੁਲੇਖੇ ਨੇ ਨਾ, ਲੋਕ ਇਹਨਾਂ ਭਰਮ ਭੁਲੇਖਿਆਂ ਵਿੱਚ ਪੈ ਕੇ ਜ਼ਿੰਦਗੀ ਖਰਾਬ ਕਰ ਰਹੇ ਨੇ। ਪਰਮਾਤਮਾ ਦਾ ਨਾਮ ਨਹੀਂ ਕੋਈ ਜਪਦਾ। ਸਾਧ ਸੰਗਤ ਗੁਰ ਸ਼ਬਦ ਵੇਣ, ਮਰ ਮਰ ਜੰਮਨ ਦਈ ਵਿਗੋਏ। ਭਾਈ ਸਾਹਿਬ ਜੀ ਕਹਿੰਦੇ ਆ ਜਿੰਨੀਆਂ ਉੱਤੇ ਗੱਲਾਂ ਮੈਂ ਗਿਣੀਆਂ ਨੇ ਨਾ, ਲੋਕ ਇਹਨਾਂ ਵਿੱਚ ਤਾਂ ਲੱਗੇ ਨੇ। ਸਾਧ ਸੰਗਤ ਤੇ ਗੁਰੂ ਦੇ ਸ਼ਬਦ ਤੋਂ ਬਿਨਾਂ ਮਰ ਮਰ ਕੇ ਜੰਮਦੇ ਐ, ਦਈਏ ਵਿਗੋਏ, ਕਿਉਂਕਿ ਪਰਮਾਤਮਾ ਤੋਂ ਭੁੱਲੇ ਹੋਏ ਨੇ, ਪਰਮੇਸ਼ਰ ਤੋਂ ਭੁੱਲੇ। ਇਹ ਕਰਮ ਕਰਨ ਵਾਲੇ ਜੰਮ ਜੰਮ ਕੇ ਮਰਦੇ ਐ, ਮਰ ਮਰ ਜੰਮਦੇ ਐ, ਆਵਾ ਗਾਉਣ ਵਿੱਚ ਪਏ ਰਹਿੰਦੇ ਐ, ਕਿਉਂਕਿ ਸ਼ਬਦ ਦੇ ਨਾਲ ਨਹੀਂ ਜੁੜੇ, ਨਾਮ ਨਹੀਂ ਜਪਦੇ। ਕੋਈ ਕਿਤੇ ਜਾ ਕੇ ਮਿੱਟੀ ਕੱਢ ਰਿਹਾ, ਕੋਈ ਕਿਤੇ ਟੋਬੜੀ ਵਿੱਚ ਜਾ ਕੇ, ਕਿਤੇ ਫਲਾਣੇ ਛੱਪੜ ਵਿੱਚ ਜਾ ਕੇ। ਭਾਈ ਸਾਹਿਬ ਜੀ ਕਹਿੰਦੇ ਭਰਮ ਭੁਲੇਖੇ ਨੇ, ਇਹਨਾਂ ਨੂੰ ਛੱਡੋ, ਸ਼ਬਦ ਦੇ ਨਾਲ ਜੁੜੋ। ਗੁਰਮੁਖ ਹੀਰੇ ਹਾਰ ਪਰੋਏ। ਹਾਂ, ਜਿਹੜੇ ਗੁਰਮੁਖ ਨੇ ਕਹਿੰਦੇ ਉਹ ਹੀਰੇ ਨੇ, ਅਤੇ ਹਾਰ ਦੇ ਵਿੱਚ ਪਰੋਏ ਹੋਏ ਨੇ, ਸ਼ੋਭਾ ਪਾਉਂਦੇ ਨੇ। ਸਤ ਸੰਗਤ ਦੇ ਹਾਰ ਦੇ ਵਿੱਚ ਗੁਰਮੁਖ ਹੀਰੇ ਜਿਹੜੇ ਨੇ ਪਰੋਏ ਰਹਿੰਦੇ ਹੈ। ਉਹ ਸਤ ਸੰਗਤ ਦੇ ਵਿੱਚ ਸ਼ੋਭਾ ਪਾਉਂਦੇ ਹੈ, ਗੁਰੂ ਤੋਂ ਮੱਤ ਲੈਂਦੇ ਹੈ, ਗੁਰੂ ਤੋਂ ਸਿੱਖਿਆ ਲੈਂਦੇ ਹੈ, ਅਤੇ ਆਪਣੇ ਜੀਵਨ ਨੂੰ ਸਫਲ ਬਣਾਉਂਦੇ ਹੈ। ਸੋ ਭਾਈ ਗੁਰਦਾਸ ਸਾਹਿਬ ਜੀ ਨੇ ਇਹਨਾਂ ਪੌੜੀਆਂ ਦੇ ਵਿੱਚ ਸਾਨੂੰ ਸਾਰੇ ਵਹਿਮਾਂ ਭਰਮਾਂ ਨੂੰ ਛੱਡ ਕੇ, ਕੂੜੀ ਰੀਤੀ ਰਿਵਾਜ ਉਹਨਾਂ ਨੂੰ ਛੱਡ ਕੇ, ਗੁਰੂ ਦੀ ਮਰਿਆਦਾ ਧਾਰਨ ਕਰਕੇ ਗੁਰੂ ਚਰਨਾਂ ਦੇ ਨਾਲ ਜੁੜਨ ਦਾ ਉਪਦੇਸ਼ ਦਿੱਤਾ ਹੈ। ਸਤਿਗੁਰੂ ਮਿਹਰ ਕਰਨ। ਵਿਚਾਰਾਂ ਕਰਦੇ ਹਾਂ, ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਭੁੱਲਾਂ ਦੀ ਖਿਮਾ ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਸਾਧ ਸੰਗਤ ਗੁਰ ਸ਼ਬਦ ਵੇਣ, ਮਰ ਮਰ ਜੰਮਨ ਦਈਏ ਵਿਗੋਏ। ਗੁਰਮੁਖ ਹੀਰੇ ਹਾਰ ਪਰੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।